हाँ जी मित्रों, अपने नाल हन जसविंदर सिंह बिट्टू दौलतपुरी, जो कि एक चोटी दे राइटर है जी, और इंसान भी बहुत ही वधिया। अणगिणत सैकड़े इन्होंने धार्मिक समाजक जिहड़े सॉन्ग्स लिखे आ, और परिवार च बैठ के सुनने वाले आ, और गौर इतिहास 12 कहणगे की कहने जी, इन्हां दी कलम नूं सलाम आ, सलूट आ। ते नाल बिट्टू भाजी अपने नाल हरभजन सिंह जी, ते नाल अपने जगतार सिंह जी पिता, जो कि भारती किसान यूनियन डकौंदा, अच्छा जी, ਉਹਦੇ ਸਰਗਰਮ ਮੈਂਬਰ ਆ। ਗਰਾਊਂਡ ਤੇ ਇਸ ਵੇਲੇ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਹੀ ਡਟੇ ਹੋਏ ਆ, ਔਰ ਇੱਕ ਢਾਹ ਕੇ ਲੜ ਰਹੇ ਆ ਆਪਣੇ ਜਥਿਆਂ ਸਮੇਤ, ਆਪਣੀ ਟੀਮ ਸਮੇਤ। ਦਿੱਲੀ ਉੱਥੇ ਵੀ ਪਹੁੰਚਦੇ ਆ, ਔਰ ਆਪਣੇ ਇਲਾਕੇ ਦੇ ਵਿੱਚ ਵੀ, ਔਰ ਇਹਨਾਂ ਨੇ ਕਪੂਰਥਲਾ ਏਰੀਏ ਦੇ ਵਿੱਚ ਜਿਹੜਾ ਅਲਾਇੰਸ ਦਾ ਮਾਲ ਸੀਗਾ ਉਹ ਵੀ ਬੰਦ ਕਰਵਾਇਆ ਜੀ। ਤੇ ਆ ਜੋ ਹਾਂ 4 ਮਹੀਨੇ ਪਹਿਲਾਂ ਤੇ ਪੂਰੇ ਜਿਹੜੇ ਪ੍ਰੋਟੈਸਟ ਰੈਲੀਆਂ, ਉਹਨਾਂ ਦਾ ਪੂਰਾ ਪ੍ਰਬੰਧ ਪੂਰਾ, ਜਾਣੀ ਕਿ ਜੀ ਸਲੂਟ ਆ ਇਹਨਾਂ ਯੋਧਿਆਂ ਨੂੰ। ਤੇ ਜਿਹੜੇ ਦੇਖੋ ਆਪਣਾ ਘਰ ਦਾ, ਖੈਰ ਹੁਣ ਇਹ ਕਰਨਾ ਹੀ ਪੈਣਾ ਕਿਉਂਕਿ ਲੜਾਈ ਆਜ਼ਾਦੀ ਦੀ ਹੈ। ਇੰਦਰਜੀਤ ਭਾਜੀ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਹਰਭਜਨ ਭਾਜੀ ਨੂੰ, ਇਹਨਾਂ ਵੀਰ ਉਹਨਾਂ ਨੂੰ, ਜਗਤਾਰ ਸਿੰਘ ਹਰਪ੍ਰੀਤ ਚੈਨਲ ਨੂੰ, ਕਿਉਂਕਿ ਤੁਸੀਂ ਹਰਪ੍ਰੀਤ ਭਾਜੀ ਨੂੰ ਬਹੁਤ ਵਧੀਆ ਜਿਹੜਾ ਉਦਮ ਤੁਸੀਂ ਕਰ ਰਹੇ ਆ, ਇਹ ਬਹੁਤ ਖੁਸ਼ੀ ਦੀ ਗੱਲ ਹੈ। ਔਰ ਇਹ ਜਿਹੜਾ ਤੁਸੀਂ ਹਿੱਕ ਢਾਹ ਕੇ ਗੱਲ ਕੀਤੀ ਹੈ ਨਾ, ਇਹ ਹਿੱਕ ਢਾਹ ਕੇ ਹੀ ਕਰਨ ਵਾਲਾ ਜੀ, ਬਿਲਕੁਲ। ਕਿਉਂਕਿ ਇਹ ਜਿਹੜੇ ਕਿਸਾਨ ਮਜ਼ਦੂਰ ਦੀ ਏਕਤਾ ਸਭ ਤੋਂ ਪਹਿਲਾਂ ਜ਼ਰੂਰੀ ਆ। ਮਜ਼੍ਹਬਾਂ, ਧਰਮਾਂ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਹ ਕਿਰਤੀ ਕਿਸਾਨ ਜਿਹੜੇ ਇੱਕ ਹੋਏ ਆ, ਇੱਕ ਮੰਚ ਤੇ ਹੋਏ ਆ, ਇਹ ਬੜੀ ਖੁਸ਼ੀ ਦੀ ਗੱਲ ਆ। ਬਿਲਕੁਲ, ਕਿ ਸਾਨੂੰ ਹੋਣਾ ਪੈਣਾ ਸੀ, ਔਰ ਹੋਣਾ ਚਾਹੀਦਾ ਵੀ ਆ, ਚਾਹੀਦਾ ਵੀ ਆ। ਕਿਉਂਕਿ ਜਿਹੜੇ ਸਾਡੇ ਹੱਕਾਂ ਤੇ ਡਾਕੇ ਇਹ ਗਵਰਨਮੈਂਟ ਮਾਰ ਰਹੀ ਆ, ਇਹ ਮੋਦੀ ਸਰਕਾਰ, RSS ਦੀ ਸਰਕਾਰ, ਇਹਨਾਂ ਦਾ ਜਿਹੜਾ ਮੁਕਾਬਲਾ ਡਟ ਕੇ, ਉਹ ਸਾਡਾ ਫਰਜ਼ ਬਣਦਾ, ਸਾਨੂੰ ਕਰਨਾ ਚਾਹੀਦਾ ਆਪਣੇ ਹੱਕਾਂ ਦੀ ਰਾਖੀ ਵਾਸਤੇ। ਆਪਣੇ ਕਿਰਤੀ ਕਿਸਾਨ ਮਜ਼ਦੂਰਾਂ, ਮਿਹਨਤ ਕਸ਼ੀਆਂ, ਉਹਨਾਂ ਦੇ ਹੱਕਾਂ ਦੀ ਰਾਖੀ ਲਈ ਸਾਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਆ। ਔਰ ਮੈਨੂੰ ਲੱਗਦਾ ਵੀ ਹੁਣ ਜਦੋਂ ਵੀ ਪ੍ਰੋਗਰਾਮ ਅਸੀਂ ਦੇਖਦੇ ਹਾਂ ਜਾਂ ਖਬਰਾਂ ਸੁਣਦੇ ਹਾਂ, ਜਿਵੇਂ ਵੀਰ ਜੀ ਆਪਣੇ ਕਪੂਰਥਲੇ ਤੋਂ, ਮੈਂ ਬਹੁਤ ਵਾਰੀ ਇਹਨਾਂ ਦਾ ਵੀ ਦੇਖਿਆ, ਔਰ ਜਿਵੇਂ ਇਹ ਵੀਰ ਜੀ ਜੁੜੇ ਆ, ਤੇ ਉਹ ਬਹੁਤ ਵਧੀਆ ਇਹ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਆਪਣਾ ਸਹਿਯੋਗ, ਆਪਣਾ ਯੋਗਦਾਨ ਜਿਹੜਾ ਇਹ ਆਪਣੇ ਵੀਡੀਓ ਰਾਹੀਂ ਵੀ, ਜਾਂ ਆਪਣੇ ਉੱਥੇ ਜਾ ਕੇ ਦਿੱਲੀ ਸ਼ੰਭੂ ਬਾਰਡਰ ਤੇ, ਜਾਂ ਟਿਕਰੀ ਬਾਰਡਰ ਤੇ ਜਿੰਨੇ ਵੀ ਲੋਕ ਆਪਣੇ ਪਹੁੰਚੇ ਹੋਏ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਜਾਂ ਬਾਹਰੋਂ ਲੋਕੀ ਸਪੋਰਟ ਕਰ ਰਹੇ ਆ। ਉਹ ਕਿਉਂ ਕਰ ਰਹੇ ਆ? ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਹੱਕਾਂ ਤੇ ਡਾਕਾ ਪੈ ਰਿਹਾ। ਉਹਨਾਂ ਹੱਕਾਂ ਦੀ ਰਾਖੀ ਕਰਨ ਲਈ, ਉਹਨਾਂ ਹੱਕਾਂ ਨੂੰ ਬਚਾਉਣ ਲਈ ਇਹ ਜ਼ਾਲਮ ਸਰਕਾਰਾਂ ਦਾ, ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਾ ਸਾਡਾ ਫਰਜ਼ ਬਣਦਾ। ਬਿਲਕੁਲ ਜੀ ਬਿੱਟੂ ਭਾਜੀ, ਇੱਥੇ ਮੈਂ ਤੁਹਾਡੇ ਨਾਲ ਐਡ ਕਰ ਦਈਏ, ਤੁਸੀਂ ਜ਼ਾਲਮ ਸਰਕਾਰ ਦੀ ਗੱਲ ਕੀਤੀ ਆ। ਅਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਉਹ ਆਪਣੇ ਸਾਕਾ ਨਨਕਾਣਾ ਦੇ ਮਹਾਨ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ, ਸ਼ਰਧਾਂਜਲੀ ਜੀ, ਬਿਲਕੁਲ, ਉੱਥੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਆ ਵੀ ਐਡੇ ਜ਼ਾਲਮ ਸਰਕਾਰ ਆ ਕਿ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਵੀ ਜਿਹੜੇ ਜਥੇ ਜਾਂਦੇ ਸੀ ਆਪਣੇ, ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ। ਇਤਕੀ ਨਹੀਂ ਜਾਣ ਦਿੱਤਾ, ਬੰਦ ਕੀਤਾ ਇਹਨਾਂ ਨੇ। ਉਹ ਤਾਂ ਬਹੁਤ, ਦੇਖੋ, ਉਹ ਤਾਂ ਇੱਕ ਕਰੂਰਤਾ ਦਿਖਾਈ ਇਹਨਾਂ ਨੇ। ਜਦੋਂ ਤੁਸੀਂ ਭਾਰਤ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਓ, ਜਾਂ ਉਹ ਤੋਂ ਪਹਿਲਾਂ ਦਾ ਇਤਿਹਾਸ ਬਰੋਲ ਕੇ ਦੇਖ ਲਓ, ਮੈਂ ਕਹਿੰਦਾ 99% ਜਿਹੜੀਆਂ ਸ਼ਹੀਦੀਆਂ ਉਹ ਪੰਜਾਬ ਦੇ ਵਿੱਚੋਂ, ਬਿਲਕੁਲ, ਪੰਜਾਬੀਆਂ ਦੀਆਂ। ਹਿੱਕ ਢਾਹ ਕੇ ਜਿਹੜੀ ਗੱਲ ਆਪਾਂ ਹਿੱਕ ਢਾਹ ਕੇ ਸ਼ੁਰੂ ਚ ਗੱਲ ਕੀਤੀ ਆ, ਉਹ ਤੁਸੀਂ ਹੁਣ ਬਾਰਡਰਾਂ ਤੇ ਦੇਖ ਲਓ, ਚਾਹੇ ਉਹ ਚਾਈਨਾ ਦਾ ਬਾਰਡਰ ਹੈ, ਚਾਹੇ ਪਾਕਿਸਤਾਨ ਦਾ ਬਾਰਡਰ ਹੈ, ਚਾਹੇ ਹੋਰ ਕੋਈ ਬਾਰਡਰ ਹੈ, ਉੱਥੇ ਤੁਸੀਂ ਬਾਰਡਰਾਂ ਤੇ ਵੀ ਦੇਖੋ ਤਾਂ ਉਹ ਕੌਣ ਲੜਦੇ ਆ? ਉਹ ਸਾਡੇ ਪੰਜਾਬੀ ਲੜਦੇ, ਸਾਡੇ ਭਰਾ ਨੇ, ਸਾਡੇ ਭਾਈ ਨੇ ਉਹ। ਸੋ ਇਹ ਸਾਨੂੰ ਲੋਕ, ਇਹ ਜ਼ਾਲਮ ਸਰਕਾਰਾਂ, ਇਹ ਮਨੂਵਾਦੀ ਸਰਕਾਰਾਂ, ਇਹ RSS ਦੀਆਂ ਜੰਮੀਆਂ ਹੋਈਆਂ ਸਰਕਾਰਾਂ, ਇਹ ਸਾਨੂੰ ਵਰਤ ਰਹੀਆਂ। ਬਿਲਕੁਲ, ਇਹ ਬਿਲਕੁਲ ਵੀ ਮਰਵਾ ਰਹੀਆਂ। ਇਹ ਸਾਨੂੰ ਬਾਰਡਰਾਂ ਤੇ ਵੀ ਚਾਹੁੰਦੀਆਂ ਵੀ ਗੋਲੀ ਵੱਜੇ ਇਹਨਾਂ ਦੇ, ਇਹ ਸਾਨੂੰ ਇੱਥੋਂ ਵੀ ਇਹ ਸਾਨੂੰ ਲੁੱਟ ਕੇ ਖਾ ਰਹੇ ਆ। ਜੀ 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 ਪੀਤੇ ਭਾਜੀ, ਹੁਣ ਅਗਲਾ ਪ੍ਰੋਗਰਾਮ ਕੀ ਆਪਣਾ? ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਆਪਣਾ, ਇੱਕ ਤਾਂ ਪਿਛਲੇ
ਪਿੱਛੇ ਰੇਲਾਂ ਰੋਕਣ ਦਾ ਪ੍ਰੋਗਰਾਮ ਸੀਗਾ। ਜੀ 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 ਇੱਕ ਤਾਂ ਦੇਖੋ ਜੀ, ਜਿਹੜਾ ਆਪਣੇ ਉੱਥੇ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਿਹੜਾ ਮਨਾਇਆ ਜਾਣਾ, ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਾਲ ਦਿੱਤੀ ਹੈ 23 ਤਰੀਕ ਦੀ, ਪਗੜੀ ਸੰਭਾਲ ਜੱਟਾਂ ਦੀ। ਉਹਨਾਂ ਦਾ ਚਾਚਾ ਜੀਤ ਸਿੰਘ ਜੀ ਦਾ ਜਨਮ ਦਿਨ ਹੈ 1906 ਦੇ ਵਿੱਚ, ਜਿਨ੍ਹਾਂ ਨੇ ਅੰਦੋਲਨ ਜਿਹੜਾ ਸੀਗਾ ਸ਼ੁਰੂ ਕੀਤਾ, ਕਿਸਾਨੀ ਦੇ ਖਿਲਾਫ ਸ਼ੁਰੂ ਕੀਤਾ ਸੀ ਜੀ। ਤੇ ਹਾਂਜੀ, ਅਸੀਂ ਜਿਹੜਾ ਮਨਾ ਰਹੇ ਹਾਂ ਜੀ, ਅਸੀਂ 25 ਤਰੀਕ ਨੂੰ ਇੱਕ ਪ੍ਰੋਗਰਾਮ ਦੇ ਰਹੇ ਹਾਂ ਜੀ, ਜਿਹੜੀਆਂ ਤੇਲ ਦੀਆਂ ਵੱਧਦੀਆਂ ਕੀਮਤਾਂ ਤੇ, ਗੈਸ ਸਿਲੰਡਰਾਂ ਤੇ, ਕਿਸਾਨੀ ਸੰਘਰਸ਼ ਦੇ ਮਸਲੇ ਸੰਬੰਧ ਦੇ ਵਿੱਚ ਕਪੂਰਥਲਾ ਦੇ ਵਿੱਚ ਇੱਕ ਪ੍ਰੋਗਰਾਮ ਕਰ ਰਹੇ ਹਾਂ ਜੀ। ਸਰਦਾਰ ਭਜਨ ਸਿੰਘ ਹੁਣੇ ਵੀ ਨਾਲ ਹੀ ਆ ਜੀ, ਸਾਰੇ ਇਲਾਕੇ ਦੇ ਮੋਹਤਬਾਰ ਸੱਜਣਾਂ ਨੂੰ ਲੈ ਕੇ ਵੀ ਆਪੋ ਆਪਣਾ ਫਰਜ਼ ਸਮਝ ਕੇ ਆਓ, ਕਿਸੇ ਇੱਕ ਦਾ ਪ੍ਰੋਗਰਾਮ ਨਹੀਂ ਗਾ ਇਹੋ। ਸਿਰਫ ਅਸੀਂ ਤਰੀਕ ਤੇ ਜਗ੍ਹਾ ਦੱਸ ਸਕਦੇ, ਤੁਹਾਨੂੰ ਸਮਾਂ ਦੱਸ ਸਕਦੇ ਆ। ਆਉਣਾ ਜਿਹੜਾ ਉਹ ਤੁਹਾਡਾ ਸਾਰਿਆਂ ਦਾ ਫਰਜ਼, ਜਿੰਨੇ ਵੀ ਕਪੂਰਥਲੇ ਸੁਲਤਾਨਪੁਰ ਦੇ ਆਪਣੇ ਕਿਸਾਨ ਆ, ਮਜ਼ਦੂਰ ਆ, ਉਹਨਾਂ ਨੂੰ ਆਉਣਾ ਚਾਹੀਦਾ। ਪਿੰਡਾਂ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਵੀ ਜਿਹੜਾ ਮਜ਼ਦੂਰ, ਇਹ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਤੇ ਆਪਾਂ ਲਾਉਂਦੇ ਆ, ਪਰ ਇਹ ਕਦੇ ਏਕਾ ਨਹੀਂ ਹੋਇਆ ਦੇਖਿਆ। ਉੱਥੇ ਨਹੀਂ, ਸੰਘਰਸ਼ ਦੇ ਵਿੱਚ ਮਜ਼ਦੂਰ ਬਹੁਤ ਘੱਟ ਦੇਖੇ ਆ ਜੀ। ਪਿੰਡਾਂ 'ਚ ਆਪਣੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਜਿੰਨੇ ਵੀ ਮਜ਼ਦੂਰ ਆ ਜਿਹੜੇ ਨਹੀਂ ਜਾ ਸਕਦੇ, ਜਿਹੜੇ ਕਿਸਾਨ ਆ, ਉਹਨਾਂ ਦਾ ਫਰਜ਼ ਬਣਦਾ ਵੀ ਉਹਨਾਂ ਨੂੰ ਨਾਲ ਲੈ ਕੇ ਜਾਣ। ਬਹੁਤ ਸਾਰੇ ਇਹਦੇ ਲਈ ਵੀ ਇੱਕ, ਮੈਂ ਸੌਰੀ ਵੀਰ ਜੀ ਤੁਹਾਡੀ ਗੱਲ ਟੋਕਦਾ, ਇਹਦੇ ਲਈ ਵੀ ਇੱਕ ਲਹਿਰ ਚਲਾਉਣੀ ਚਾਹੀਦੀ ਹੈ। ਪਿੰਡਾਂ ਦੇ ਵਿੱਚ ਜਾ ਕੇ, ਘਰ ਘਰ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਕਿਸਾਨ ਮਜ਼ਦੂਰ ਦੀ ਏਕਤਾ ਤੁਸੀਂ ਇੱਕ ਬਣਾਓ, ਇੱਕ ਮੰਚ ਬਣਾਓ। ਉਹਨਾਂ ਨੂੰ ਇਹਦੇ ਬਾਰੇ ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ, ਕਿਉਂਕਿ ਬਹੁਤੇ ਲੋਕ ਜਿਹੜੇ ਕਿਰਤੀ ਆ ਜਾਂ ਕਿਸਾਨ, ਗਰੀਬ ਕਿਸਾਨ ਆ, ਜਾਂ ਜਿਹੜੇ ਆਪਣੇ ਮਜ਼ਦੂਰ ਹੈ, ਉਹਨਾਂ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਦਾ। ਉਹਨਾਂ ਨੂੰ ਐਜੂਕੇਟ ਕਰਨਾ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਘਰ ਘਰ ਜਾ ਕੇ ਇਹ ਸੁਨੇਹਾ ਦਿੱਤਾ ਜਾਵੇ, ਇੱਕ ਮੰਚ ਤੇ ਇਕੱਠੇ ਕੀਤੇ ਹੋਣੇ ਚਾਹੀਦੇ ਆ। ਔਰ ਜਾਂ ਕੋਈ ਪਲੇਟਫਾਰਮ ਏਦਾਂ ਦਾ ਬਣਾਓ ਜਿਹੜਾ ਪਿੰਡਾਂ ਦੇ ਵਿੱਚ ਵੀ ਉਹ ਸੋਸ਼ਲ ਉਹ ਵਰਕ ਦੇ ਤੌਰ ਤੇ ਉਹ ਅੱਗੇ ਆਵੇ, ਤਾਂ ਕਿ ਉਹਨਾਂ ਨੂੰ ਅਗਲੀ ਕਾਰਵਾਈ ਜਿਹੜੀ ਦਿੱਲੀ ਤੱਕ ਆ ਜਾਂ ਹੋਰ ਹੈਗੇ ਆ ਬਾਰਡਰਾਂ ਤੱਕ ਜਾਂ ਸਰਕਾਰਾਂ ਤੱਕ, ਉਹਨਾਂ ਦਾ ਸੁਨੇਹਾ ਵੀ ਉੱਥੇ ਤੱਕ ਪਹੁੰਚਦਾ ਹੋਵੇ, ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੋਵੇ। ਕਿਉਂਕਿ ਅਸੀਂ ਤਾਂ ਸਾਰੇ ਇੱਕ ਆ, ਇਹ ਸਾਨੂੰ ਮਨੂਵਾਦ ਨੇ ਅਲੱਗ ਕੀਤਾ ਆ। ਬਿੱਟੂ ਭਾਜੀ, ਹਾਂਜੀ ਜੀ, ਮੈਂ ਇੱਥੇ ਐਡ ਕਰ ਦਵਾਂ ਗੱਲ, ਤੁਸੀਂ ਦੋਨਾਂ ਵੀਰਾਂ ਨੇ ਇੱਕ ਵਧੀਆ ਜਿਹੜੀ ਕਿਸਾਨ ਮਜ਼ਦੂਰ ਦੀ ਏਕਤਾ ਵਾਲੀ ਗੱਲ ਆ ਨਾ ਇਹ ਤੋਰੀ ਆ ਜੀ, ਇਹਦੇ ਚ ਮੈਂ ਇੱਕ ਤੁਹਾਨੂੰ ਸਲਾਹ ਦੇਣੀ ਚਾਹੂੰਗਾ। ਪੀਤੇ ਭਾਜੀ, ਭਜਨ ਭਾਜੀ, ਭਾਜੀ, ਤੁਸੀਂ ਸਾਰੇ ਆਪਾਂ ਸਟੇਜਾਂ ਦੇ ਉੱਪਰ ਬੋਲਣ ਵਾਲੇ ਆ, ਸੋਸ਼ਲ ਮੀਡੀਆ ਤੇ ਬੋਲਣ ਵਾਲੇ ਆ। ਇੱਥੇ ਮੈਂ ਤੁਹਾਨੂੰ ਇੱਕ ਸੁਝਾਅ ਦਊਂਗਾ। ਮੈਂ ਵੀਡੀਓ, ਅੱਜ ਮੇਰਾ ਟਾਈਮ ਲੱਗਾ, ਮੈਂ ਇੱਕ ਪਾਣੀ ਸੀਗੀ, ਅਸੀਂ ਕਈ ਸਾਲਾਂ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਆਪਾਂ ਸਾਰੇ ਇਕੱਠੇ ਹੋਈਏ ਧਰਮਾਂ ਮਜ਼ਹਬਾਂ ਤੋਂ ਉੱਪਰ ਉੱਠ ਕੇ। ਹੁਣ ਮੇਰੇ ਦਿਮਾਗ ਦਾ ਇੱਕ ਆਈਡੀਆ ਕਿ ਜਦੋਂ ਵੀ ਤੁਹਾਡੀ ਕਾਨਫਰੰਸ ਹੋਵੇ, ਤੁਹਾਡੇ ਸੈਮੀਨਾਰ ਚਾਹੇ ਛੋਟੇ ਆ ਜਾਂ ਵੱਡੇ ਆ, ਓਪਨ ਸਟੇਜਾਂ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਇੱਕ ਇਕੱਠੇ ਹੋਣ ਵਾਸਤੇ ਇੱਕ ਸਿੰਬੋਲਿਕ ਇੱਕ ਅਨਾਉਂਸਮੈਂਟ ਤੁਸੀਂ ਕਰਨੀ ਆ। ਉਸ ਅਨਾਉਂਸਮੈਂਟ ਦੇ ਉੱਪਰ ਆਪਾਂ ਪਹਿਰਾ ਦੇਣਾ। ਉਹ ਕੀ ਆ ਕਿ ਹਰ ਇੱਕ ਦੇ ਘਰ ਦੇ ਵਿੱਚ, ਹਰ ਇੱਕ ਦੇ ਘਰ ਦੇ ਵਿੱਚ, ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ, ਬਿਲਕੁਲ ਉਹਦੇ ਘਰ ਦੇ ਵਿੱਚ 3 ਜਰਨੈਲਾਂ ਦੀਆਂ ਫੋਟੋਆਂ ਲੱਗਣ। ਬਿਲਕੁਲ 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 ਉਹ 3 ਜਰਨੈਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਸਾਨੂੰ ਧਨ ਦੌਲਤ, ਜ਼ਮੀਨਾਂ, ਖਰੀਦਣ ਦੇ ਅਧਿਕਾਰ ਲੈ ਕੇ ਦਿੱਤੇ, ਹੱਕ ਲੈ ਕੇ ਦਿੱਤੇ, ਔਰ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਲਿਖਿਆ। ਉਹ 3 ਕਿਹੜੇ ਆ? ਸਭ ਤੋਂ ਪਹਿਲਾਂ ਦੇਖੋ, ਅੱਜ ਆ ਦੇਖੋ ਇੱਧਰ, ਬਾਬਾ ਬੰਦਾ ਸਿੰਘ ਬਹਾਦਰ ਜੀ, ਛੋਟੂ ਰਾਮ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲੇ ਜਰਨੈਲ ਹੋਏ ਜਿਨ੍ਹਾਂ ਨੇ ਭਾਰਤ ਦੀ ਧਰਤੀ ਤੇ ਫਿਊਡਲ ਸਿਸਟਮ ਖਤਮ ਕਰਕੇ ਜ਼ਮੀਨਾਂ 'ਚ ਕੰਮ ਕਰਨ ਵਾਲੇ ਕਿਰਤੀਆਂ ਨੂੰ, ਮਜ਼ਦੂਰਾਂ ਨੂੰ ਉਹਨਾਂ ਦੇ ਮਾਲਕ ਬਣਾਇਆ, ਕਬਜ਼ਾ ਦਿਵਾਇਆ, ਇਹ ਜ਼ਗੀਰਦਾਰੀ ਸਿਸਟਮ ਨੂੰ ਖਤਮ ਕੀਤਾ। ਇਹ ਪਹਿਲੇ ਜਰਨੈਲ ਹੋਇਆ ਭਾਰਤ ਦੀ ਧਰਤੀ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵਾਲਾ ਖਾਲਸਾ ਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਇਹ ਦੋਨੋਂ ਜਰਨੈਲ ਆ ਜਾਂਦੇ ਜਿਹੜੇ ਪੈਰਲਲ ਚੱਲੇ ਆ ਜੀ। ਸਰ ਛੋਟੂ ਰਾਮ ਜੀ, ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਅਧਿਕਾਰ ਲਿਖੇ, ਜਿਨ੍ਹਾਂ ਵਾਸਤੇ ਅਸੀਂ ਅੱਜ ਲੜ ਰਹੇ ਹਾਂ, ਕਿ ਜਿਹੜੇ ਅੱਜ
ਕੇਂਦਰ ਚੱਕ ਕੇ ਲੈ ਗਿਆ ਕਿ ਮੇਰੇ ਕੋਲ ਅਧਿਕਾਰ ਆ ਜ਼ਮੀਨਾਂ ਦੇ, ਪ੍ਰਾਪਰਟੀ ਤੇ। ਨਹੀਂ, ਇਹ ਸਟੇਟ ਦੇ, ਸੂਬਿਆਂ ਦੇ ਅਧਿਕਾਰ ਆ। ਇਹਨਾਂ ਦੀ ਖਾਤਰ ਹੀ ਸਰ ਛੋਟੂ ਰਾਮ ਜੀ ਲੜੇ ਆ, ਦੋਨੋਂ ਹੀ ਪੈਰਲਲ। ਬਹੁਤ ਜਦੋਜਹਿਦ ਕੀਤੀ ਇਹਨਾਂ ਨੇ। ਹਾਂ, ਦੋਨਾਂ ਦੀ ਇੰਨੀ ਜਦੋਜਹਿਦ। ਹੁਣ ਮੈਂ ਇਹੀ ਚਾਹੂੰਗਾ ਵੀ ਤੁਸੀਂ ਜਦੋਂ ਵੀ ਅਨਾਉਂਸਮੈਂਟ ਕਰਨੀ ਹੈ ਕਿ ਮਜ਼ਦੂਰ ਦੇ ਘਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੋਟੋ ਲੱਗੇ, ਠੀਕ ਨਹੀਂ ਜੀ, ਔਰ ਕਿਸਾਨਾਂ ਦੇ ਘਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲੱਗੇ, ਔਰ ਨਾਲ ਸਰ ਛੋਟੂ ਰਾਮ ਜੀ ਮਹਾ ਪੰਜਾਬ ਦੇ ਨਾਇਕ ਜਰਨੈਲ ਹੋਏ ਉਸ ਵੇਲੇ। ਸਾਨੂੰ ਇਤਿਹਾਸ ਹੀ ਨਹੀਂ ਪੜ੍ਹਾਇਆ ਗਿਆ, ਸਾਨੂੰ ਸਕੂਲਾਂ ਕਾਲਜਾਂ ਚ ਕੀ ਪੜ੍ਹਾਇਆ ਗਿਆ? ਗਾਂਧੀ ਤੇ ਨਹਿਰੂ। ਅਸਲ ਚ ਇੰਦਰਜੀਤ ਭਾਜੀ ਜਿਹੜਾ ਗਾਂਧੀ ਨਹਿਰੂ ਪੜ੍ਹਾਇਆ ਗਿਆ, ਨਾ ਡਾਕਟਰ ਅੰਬੇਡਕਰ ਪੜ੍ਹਾਇਆ ਗਿਆ, ਨਾ ਸਰ ਛੋਟੂ ਰਾਮ। ਸਰ ਛੋਟੂ ਰਾਮ ਤੁਸੀਂ ਯਕੀਨ ਜਾਣਿਓ, ਮੈਂ ਅੱਜ ਤੋਂ 15-20 ਸਾਲ ਪਹਿਲਾਂ ਪੜ੍ਹਿਆ, ਜਦੋਂ ਮੈਂ ਡਾਕਟਰ ਅੰਬੇਡਕਰ ਨੂੰ ਪੜ੍ਹਿਆ ਫਿਰ ਇਹਨਾਂ ਦਾ ਨਾਂ ਆਇਆ। ਮੈਨੂੰ ਪਹਿਲਾਂ ਨਹੀਂ ਸੀ ਪਤਾ, ਕਿਉਂਕਿ ਮੈਂ ਹਿਸਟਰੀ ਦੀ ਐਮਏ ਕੀਤੀ ਹੋਈ ਹੈ। ਉੱਥੇ ਤਾਂ ਯਾਰੋ ਗਾਂਧੀ ਪੜ੍ਹਿਆ, ਉੱਥੇ ਤਾਂ ਨਹਿਰੂ ਪੜ੍ਹਾਇਆ ਉਹਨਾਂ ਨੇ। ਇਹ ਦੋਨੋਂ ਜਰਨੈਲਾਂ ਦਾ ਜ਼ਿਕਰ ਨਹੀਂ ਉੱਥੇ ਆਉਂਦਾ ਹੈਗਾ। ਨਹੀਂ ਦੇਖੋ, ਉਹ ਇੰਦਰਜੀਤ ਭਾਜੀ, ਇੱਕ ਤੁਹਾਨੂੰ ਮੈਂ ਸੌਰੀ ਮੈਂ ਤੁਹਾਨੂੰ ਟੋਕਦਾ, ਇਹ ਛੋਟੀ ਜਿਹੀ ਗੱਲ ਕਰਨ ਲੱਗਿਆ। ਗੱਲ ਬਹੁਤ ਵੱਡੀ ਆ, ਕਹਿਣ ਨੂੰ ਛੋਟੀ ਆ, ਕਿਉਂਕਿ ਜਿਹੜਾ ਇਤਿਹਾਸ ਅਸਲ 'ਚ ਸੀਗਾ ਉਹਨੂੰ ਇੱਕ ਪਾਸੇ ਕਰਕੇ ਮਿਥਿਹਾਸਕ ਗੱਲਾਂ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਅੱਗੇ ਲਿਆਂਦੀਆਂ ਗਈਆਂ। ਗਾਂਧੀ ਬਾਰੇ ਜਾਂ ਹੋਰ ਚੇਲੇ ਚਾਪਟੇ ਜਿਹੜੇ ਉਹਦੇ ਸੀਗੇ, RS ਦੇ ਦੱਲੇ ਸੀਗੇ, ਉਹਨਾਂ ਨੂੰ ਅੱਗੇ ਮੁੱਖ ਰੱਖ ਕੇ ਜਿਹੜੇ ਅਸਲ 'ਚ ਹੀਰੋ ਸੀਗੇ, ਅਸਲ ਸਾਡੇ ਆਈਡਲ ਸੀਗੇ, ਜਿਵੇਂ ਸਰ ਛੋਟੂ ਰਾਮ ਸੀਗੇ, ਡਾਕਟਰ ਭੀਮ ਰਾਓ ਅੰਬੇਦਕਰ ਜੀ ਸੀਗੇ, ਜਾਂ ਹੋਰ ਬਾਬਾ ਮੰਗੂ ਉਹ ਸੀਗੇ, ਸਾਰਿਆਂ ਨੂੰ ਪਿੱਛੇ ਧੱਕ ਦਿੱਤਾ ਗਿਆ। ਬਿਲਕੁਲ ਇਹ ਗੱਲ ਸਾਨੂੰ ਹੁਣ ਵਿਚਾਰਨੀ, ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੇ ਲੀਡਰਾਂ ਨੂੰ, ਸਾਡੇ ਇਤਿਹਾਸਕਾਰਾਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਸਾਡੇ ਜਿੰਨੇ ਵੀ ਸਹਿਯੋਗੀ ਹੈਗੇ ਆ, ਜਿੰਨੇ ਵੀ ਸਿਰਕੱਢ ਲੀਡਰ ਹੈਗੇ ਆ, ਜਿੰਨੇ ਵੀ ਮੁੰਡੇ ਨੌਜਵਾਨ ਹੈਗੇ ਆ, ਇਹਨਾਂ ਨੂੰ ਇਹ ਗੱਲ ਵਿਚਾਰਨੀ ਪੈਣੀ ਆ ਜੀ। ਇਹ ਗੱਲ ਵਿਚਾਰਨਗੇ, ਫਿਰ ਇਹਨਾਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਹੋਊਗੀ, ਉਹ ਚੀਜ਼ ਨੂੰ ਇਹ ਸੋਚਣਗੇ, ਫਿਰ ਇਹਨਾਂ ਨੂੰ ਪਤਾ ਲੱਗੂ ਵੀ ਅਸਲ 'ਚ ਸਾਡਾ ਭਾਈਚਾਰਾ ਹੈ ਕਿਹੜਾ ਤੇ ਸਾਡਾ ਬਣਾ ਕਿਹੜਾ ਦਿੱਤਾ ਗਿਆ ਜੀ। ਬਿਲਕੁਲ ਕਿਵੇਂ ਦਿੱਤਾ ਗਿਆ, ਇਹ ਗੱਲ ਸੋਚਣੀ ਪੈਣੀ। ਇੱਕ ਗੱਲ ਇਹਦੇ ਨਾਲ ਹੀ ਐਡ ਕਰਦੇ ਆ, ਤੁਹਾਡੀ ਇਸ ਗੱਲ ਦੇ ਨਾਲ ਹੀ ਜੀ ਭਾਜੀ। ਅੱਜ ਇੱਕ ਤਾਂ ਹੈਗਾ ਆਪਣੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਦਿਵਸ ਆ ਮਨਾ ਰਹੇ ਆ ਜੀ। ਤੇ ਮੈਂ ਤੁਹਾਨੂੰ ਉਹਦੇ ਵਿੱਚ ਥੋੜਾ ਜਿਹਾ ਦੱਸ ਦਿਆਂ ਕਿ ਪਿਛਲੇ 2 ਸਾਲਾਂ ਤੋਂ ਨਾ ਮੈਨੂੰ ਕਈ ਵਾਰੀ ਇੱਥੇ ਕਪੂਰਥਲੇ ਸਕੂਲਾਂ 'ਚ ਜਾਣਾ ਪਿਆ ਇਸ ਬਾਬਤ। ਉੱਥੇ ਉਹਨਾਂ ਨੇ ਜੁਰਮਾਨਾ ਰੱਖਿਆ ਹੋਇਆ ਬੱਚੇ ਨੂੰ ਜੇ ਉਹ ਪੰਜਾਬੀ ਬੋਲਦਾ ਫੜਿਆ ਗਿਆ। ਦੱਸੋ ਕੀ ਕਰੋਗੇ ਤੁਸੀਂ ਪੰਜਾਬ 'ਚ ਰਹਿ ਕੇ? ਏਦਾਂ ਦੇ 5-4 ਸਕੂਲ ਸੀਗੇ, ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲ ਦੇ ਨਾਲ ਕਾਫੀ ਸਾਡੀ ਖਹਿਬਾਹ ਹੋਈ, ਜਾਨੀ ਅਸੀਂ ਤੱਤੇ ਗਰਮ ਵੀ ਹੋਏ, ਉਹ ਵੀ ਤੱਤੇ ਗਰਮ ਨਾਲ। ਫੇ ਇੱਥੋਂ ਤੱਕ ਉਹਨਾਂ ਨੇ ਕੋਈ ਬੱਚਾ, ਜਾਨੀ 2 ਬੱਚੇ ਕੋਈ ਆਪਸ ਵਿੱਚ ਪੰਜਾਬੀ 'ਚ ਗੱਲ ਕਰਦੇ ਆ ਤਾਂ ਉਹਨਾਂ ਨੂੰ ਉਹ ਮੁੜ ਕੇ ਕੁੱਟਿਆ ਕੱਟਿਆ ਵੀ ਜਾਂਦਾ ਸੀ, ਤੇ ਤਾਂ ਸਾਨੂੰ ਜਾਣਾ ਪਿਆ। ਜਾਨੀ ਤੁਸੀਂ ਇਤਿਹਾਸ ਦੀ ਗੱਲ ਕਰਦੇ ਆ, ਇਹ ਸਾਡੀ ਜਿਹੜੀ ਆਪਣੀ ਬੋਲੀ ਆ ਉਹਨੂੰ ਵੀ ਕਿਤੇ ਇਹ ਦੱਬ ਦੇਣਾ ਚਾਹੁੰਦੇ ਆ, ਖਤਮ ਕਰ ਦੇਣਾ ਚਾਹੁੰਦੇ। ਵੀਰ ਜੀ, ਇਹ ਗੱਲ ਤੁਹਾਡੀ ਬਿਲਕੁਲ 100% ਸਹੀ ਆ, 100% ਤੋਂ ਜ਼ਿਆਦਾ ਵੀ ਮੈਂ ਕਹਿ ਸਕਦਾ, 1000% ਕਹਿ ਸਕਦਾ, ਕਿਉਂਕਿ ਪੰਜਾਬ ਦੇ ਵਿੱਚੋਂ ਹੀ ਪੰਜਾਬੀ ਖਤਮ ਕਰਨ ਦੀਆਂ ਚਾਲਾਂ, ਕੋਝੀਆਂ ਚਾਲਾਂ ਹਾਂਜੀ ਚੱਲ ਰਹੀਆਂ ਹੁਣ ਤੋਂ ਨਹੀਂ। ਹਿਮਾਚਲ ਲੈ ਲਓ ਤੁਸੀਂ, ਉੱਥੇ JNK ਦੇ ਵਿੱਚ ਲੈ ਲਓ, ਜਾਂ ਹੋਰ ਕਈ ਹਰਿਆਣਾ ਲੈ ਲਓ, ਜਾਂ ਰਾਜਸਥਾਨ, ਚੰਡੀਗੜ੍ਹ ਸਾਡੀ ਰਾਜਧਾਨੀ ਆ, ਉੱਥੇ ਪੰਜਾਬੀ ਨਹੀਂ ਤੁਸੀਂ ਬੋਲੀ ਹੈਗੀ। ਦੇਖੋ ਧਾਲੀਵਾਲ ਸਾਹਿਬ, ਚਾਲਾਂ ਮਾੜੀਆਂ ਸਰਕਾਰਾਂ, ਜ਼ਾਲਮ ਸਰਕਾਰਾਂ, RSS ਦੀਆਂ ਸਰਕਾਰਾਂ, ਮਨੂਵਾਦੀ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਕਿ ਪੰਜਾਬੀਅਤ ਨੂੰ ਖਤਮ ਕੀਤਾ ਜਾਵੇ, ਪੰਜਾਬ ਨੂੰ ਖਤਮ ਕੀਤਾ ਜਾਵੇ, ਸਿੱਖਿਜ਼ਮ ਨੂੰ ਖਤਮ ਕੀਤਾ ਜਾਵੇ, ਹੋਰ ਜਿੰਨੇ ਮਤਲਬ ਹੈਗੇ ਆ ਲੋਕ, ਉਹ ਜਿਹੜੇ ਨਹੀਂ ਇਹਨਾਂ ਦੀਆਂ ਗੱਲਾਂ ਨੂੰ ਮੰਨਦੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਇਹ ਇਹਨਾਂ ਦੀਆਂ ਕੋਝੀਆਂ ਚਾਲਾਂ ਇਹ ਸਦੀਆਂ ਤੋਂ ਚੱਲਦੀਆਂ ਆਈਆਂ, ਪਰ ਇਹਨਾਂ ਨੂੰ ਨਾ ਕਾਮਯਾਬ ਆਪਾਂ ਤਾਂ ਕਰ ਸਕਦੇ ਹਾਂ ਜੇ ਸਾਡਾ ਸਾਰਿਆਂ ਦਾ ਏਕਾ ਹੋਵੇ, ਏਕਤਾ ਤੋਂ ਉੱਪਰ ਉੱਠ ਕੇ, ਮਜ਼੍ਹਬਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਸਮਝਿਆ ਜਾਵੇ। ਜਿੱਥੇ ਗਰੀਬ ਦੇ ਨਾਲ ਧੱਕਾ ਹੁੰਦਾ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਕੋਈ ਵੀ ਆ, ਕਿਰਤੀ ਆ, ਉਹਨਾਂ ਦੇ ਨਾਲ ਧੱਕਾ ਹੁੰਦਾ, ਉੱਥੇ ਜੇਕਰ ਸਾਰੇ ਇੱਕ ਮੰਚ ਤੇ ਇਕਜੁੱਟ ਹੋ ਕੇ, ਇੱਕ ਹੋ ਕੇ ਉਹ ਗੁਰੂਆਂ ਦੇ, ਉਹ 35 ਮਹਾਪੁਰਸ਼ਾਂ ਦੇ ਬਾਣੀ ਨੂੰ ਮੰਨਣ ਵਾਲੇ ਇਕਜੁੱਟ ਹੋ ਜਾਣ, ਮੈਂ ਕਹਿੰਦਾ ਸਵਾਲ ਨਹੀਂ ਪੈਦਾ ਹੁੰਦਾ ਕੋਈ ਇਹਨਾਂ ਦੀ ਤਾਕਤ ਨੂੰ ਇਧਰੋਂ ਉਧਰ ਕਰ ਜਾਏ। ਜੇ ਇਹ ਅਲੱਗ ਹੋ ਗਏ ਆ ਬਿੱਟੂ ਭਾਜੀ, ਅਲੱਗ ਰਹੇ ਫਿਰ ਕੁਛ ਉਹ ਕਰ ਸਕਦੇ ਆ, ਜੇ ਇਸ ਅੰਦੋਲਨ ਨੇ
ਇਸ ਅੰਦੋਲਨ ਨੇ ਇਕੱਠੇ ਕਰ ਦਿੱਤੇ ਆ ਜੀ। ਦੇਖੋ ਜਦੋਂ ਜ਼ੁਲਮ ਜ਼ਿਆਦਾ ਵੱਧ ਜਾਂਦਾ ਫਿਰ ਇਨਕਲਾਬ ਦਾ ਪੈਦਾ ਹੋਣਾ ਕੁਦਰਤੀ ਗੱਲ ਹੁੰਦਾ ਆ। ਬਿਲਕੁਲ 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 ਬਿਲਕੁਲ। ਇਨਕਲਾਬ ਆ, ਇਹ ਇੱਕ ਕ੍ਰਾਂਤੀ ਆ, ਇਹ ਇੱਕ ਦੇਸ਼ ਦੀ ਆਜ਼ਾਦੀ ਦੀ ਲੜਾਈ ਆ, ਇੱਕ ਬਹੁਤ ਵੱਡੀ ਲੜਾਈ ਆ। ਬਿਲਕੁਲ ਜੀ ਬਿਲਕੁਲ। ਇਹ ਬਸ਼ਰਮਾਂ ਨੂੰ ਪੀਤੇ ਭਾਜੀ ਸਟੇਜਾਂ ਤੋਂ ਦੱਸਿਆ ਕਰੋ ਵੀ ਸਾਡੇ ਭਰਾਵਾਂ ਨੇ ਤਾਂ ਬਾਹਰ ਜਾ ਕੇ 7 ਸਮੁੰਦਰ ਪਾਰ ਜਾ ਕੇ ਵੀ ਆਪਣੀ ਮਾਂ ਬੋਲੀ ਨਹੀਂ ਛੱਡੀ। ਉਹਨਾਂ ਦੇ ਬੱਚੇ ਇਸ ਤਰ੍ਹਾਂ ਸਾਡੇ ਬੱਚੇ ਪੰਜਾਬੀ ਬੋਲਦੇ ਆ, ਲੋਕੀ ਸੁਣਨ ਵਾਲੇ ਐ ਲੱਗਦਾ ਵੀ ਪੰਜਾਬ 'ਚ ਜੰਮੇ ਪਲੇ ਹੋਣਗੇ। ਬੜੀ ਭਾਜੀ ਪੰਜਾਬੀ ਬੋਲਦੇ, ਬੜੀ ਠੇਠ ਪੰਜਾਬੀ। ਮੇਰੇ ਦੋਨੋਂ ਬੱਚੇ ਅਮਰੀਕਾ ਦੇ ਬੋਰਨਾ। ਮੈਂ ਜੇ ਤੁਸੀਂ ਹੁਣ ਗੱਲ ਕਰਨੀ ਚਾਹੁੰਦੇ ਔਨ ਲਾਈਵ ਮੈਂ ਤੁਹਾਡੀ ਕਰਾ ਦਿੱਤਾ, ਤੁਸੀਂ ਉਹਨਾਂ ਦੀ ਗੱਲ ਸੁਣ ਕੇ ਕਹੋਗੇ ਯਾਰ ਬੱਚੇ ਇੰਡੀਆ ਦੇ ਬੋਰਨ ਲੱਗਦੇ ਜੀ। ਸਾਡੇ ਜਿਹੜੇ ਇੱਥੇ ਕਪੂਰਥਲੇ ਦਾ ਐਸਪੀ ਡੀਐਸਪੀ ਆ ਜਾਂ ਜਲੰਧਰ ਦਾ ਜਾਂ ਲੁਧਿਆਣੇ ਦਾ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿੰਨੇ ਏ ਗ੍ਰੇਡ ਦੇ ਅਫਸਰ ਆ ਉਹ ਤੁਹਾਨੂੰ ਯਾਦਵ ਮਿਲਣਗੇ। ਉਹ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਮਦਰਾਸ, ਕੇਰਲਾ ਦੇ ਉਧਰਲੇ ਸਾਰੇ ਨੰਬਰ 1 ਦੇ ਅਫਸਰ ਜਿਹੜੇ ਸਾਰੇ ਉੱਤੇ ਵਾਲੇ ਨੰਬਰ 1 ਏ ਗ੍ਰੇਡ ਚ ਆਉਂਦੇ ਆ, ਉਹ ਸਾਰੇ ਤੁਹਾਨੂੰ ਉੱਥੇ ਦੇ ਮਿਲਣਗੇ। ਪੰਜਾਬ ਦਾ ਇੱਕ ਵੀ ਨਹੀਂ ਮਿਲੂਗਾ। ਇਹ ਪੰਜਾਬ ਚ ਆਈਲੈਂਡਸ ਵਾਲੇ ਮਿਲਣੇ ਬਸ। ਇਹਨਾਂ ਨੇ ਯਾਨੀ ਪੰਜਾਬ ਨੂੰ ਆਪਣੇ ਨੂੰ ਜਕੜਿਆ ਹੋਇਆ। ਜਿਹੜੀ ਅਫਸਰਸ਼ਾਹੀ ਆ ਇਹ ਮਨੂਵਾਦੀ ਸਰਕਾਰਾਂ ਦੀ, ਇਹਨਾਂ ਨੇ ਪੰਜਾਬ ਨੂੰ ਰੋਲਣ ਲਈ ਆਪਣਾ ਪੂਰਾ ਢਿੱਲ ਲਾਇਆ ਹੋਇਆ ਸਮਝਦੇ ਨਾ। ਹੁਣ ਪੰਜਾਬੀ ਚ ਆਪਾਂ ਸਿੱਧੀ ਗੱਲ ਕਰ ਲੈਂਦੇ, ਜਦੋਂ ਆਪਾਂ ਵੈਸੇ ਹੀ ਗੱਲ ਕਰ ਲਈਏ ਵੀ ਢਿੱਲ ਲਾਇਆ, ਇਹਨਾਂ ਨੇ ਜ਼ੋਰ ਲਾਇਆ ਵੀ ਪੰਜਾਬੀ ਖਤਮ ਹੋਵੇ, ਸਿੱਖੀਜ਼ਮ ਵੀ ਖਤਮ ਕਰੀਏ, ਪੰਜਾਬੀਅਤ ਵੀ ਖਤਮ ਕਰੀਏ। ਇਹਨਾਂ ਨੇ ਜ਼ੋਰ ਲਾਇਆ ਪੂਰਾ। ਤੁਹਾਨੂੰ ਪਤਾ ਹੈ ਕਿ ਜਿਹੜਾ ਸਾਡੀ ਫੌਜ ਦੇ ਵਿੱਚ ਅੱਗੇ ਰੇਸ਼ੋ ਸਾਡੀ ਸੀ 30-35% ਅਸੀਂ ਸਿੱਖ ਸੀਗੇ, ਉਹਦੇ ਚ ਹੁਣ 3% ਰਹਿ ਗਏ ਮਿਲਟਰੀ ਦੇ ਵਿੱਚ। ਬਿਲਕੁਲ ਸਾਡੇ ਅਫਸਰ ਜਿਹੜੇ ਆ ਪਹਿਲਾਂ ਹੀ ਰਿਟਾਇਰ ਕਰਕੇ ਉਹਨਾਂ ਨੇ ਭੇਜ ਦਿੱਤੇ ਆ, ਉੱਥੇ ਆਰਐਸਐਸ ਦੇ ਬੰਦੇ ਪਹੁੰਚਾਤੇ ਆ ਸੀਟਾਂ ਤੇ। ਜੀ ਹੁਣ ਪੀਤੇ ਭਾਜੀ ਮੈਂ ਬੇਨਤੀ ਕਰੂੰਗਾ ਤੁਹਾਨੂੰ ਵੀ ਇਸ ਵੇਲੇ ਜਿਹੜਾ ਮੋਰਚਾ ਆਪਣਾ ਚੱਲ ਰਿਹਾ ਕਿਸਾਨ ਮਜ਼ਦੂਰ ਅੰਦੋਲਨ ਦਿੱਲੀ ਤੇ, ਉਹ ਜਿਹੜੇ ਬਾਰਡਰ ਉੱਥੇ ਇਹਦੇ ਕੀ ਹਾਲਾਤ ਆ, ਉੱਥੇ ਕਿਵੇਂ ਹੁਣ ਜਾਨੀ ਕਿ ਮਨੂਵਾਦੀ ਮੀਡੀਆ ਦੇ ਵੱਲੋਂ ਇਹ ਖਬਰਾਂ ਉਡਾਈਆਂ ਜਾਂਦੀਆਂ, ਉਹ ਖਾਲੀ ਜਗ੍ਹਾ ਆ, ਉੱਥੇ ਲੋਕੀ ਜਾਣੇ ਸ਼ੁਰੂ ਹੋ ਗਏ ਆ, ਉੱਥੇ ਬਹੁਤ ਘੱਟ ਰਸ਼ ਆ, ਹੁਣ ਉੱਥੇ ਲੋਕ ਘਰਾਂ ਨੂੰ ਚਲ ਗਏ ਆ, ਉਹਨਾਂ ਨੂੰ ਫੰਡਿੰਗ ਨਹੀਂ ਹੁੰਦੀ। ਇਹੋ ਜਿਹੀਆਂ ਬੜੀਆਂ ਖਤਰਨਾਕ ਖਬਰਾਂ ਜਿਹੜੀਆਂ ਪਾ ਰਹੇ ਆ, ਉਹ ਖਾਲਿਸਤਾਨੀ ਇਹਨਾਂ ਨੂੰ ਫੰਡਿੰਗ ਕਰਦੇ ਸੀ, ਉਹ ਹੁਣ ਹਟ ਗਏ ਆ, ਇਹਨਾਂ ਦਾ ਹੁਣ ਮੋਰਚਾ ਖਤਮ ਹੋਣ ਦੇ ਕਿਨਾਰੇ ਤੇ ਆ। ਉਹਦੇ ਬਾਰੇ ਆਪਣੇ ਥੋੜੇ ਵਿਚਾਰ ਕਰੋ ਸਾਂਝੇ। ਮੋਰਚਾ ਦੇਖੋ ਜੀ, ਮੋਰਚਾ ਤਕਰੀਬਨ ਪਿੰਡਾਂ ਦੇ ਵਿੱਚੋਂ ਸਾਡੇ ਆਪਣੇ ਕਪੂਰਥਲੇ ਦੀ ਗੱਲ ਕਰੀਏ ਜੀ, ਸੁਲਤਾਨਪੁਰ ਦੀ, ਪਿੱਛੇ ਹੋ ਕੇ ਗੱਲ ਕਰ, ਤਕਰੀਬਨ ਪਿੰਡਾਂ ਦੇ ਵਿੱਚੋਂ ਹੀ ਵਾਰੀਆਂ ਬੰਨ ਕੇ ਲੋਕ ਜਾ ਰਹੇ ਆ। ਕੱਲ ਹੀ ਹਲੇ ਲੱਖਣ ਕਲਾਂ ਤੋਂ ਗਏ ਲੋਕ, ਆਪਣੇ ਕੁਝ ਕਿਸਾਨ ਵੀਰ ਗਏ ਹੋਏ ਆ, ਸਾਡੇ ਪਿੰਡੋਂ ਵੀ ਗਏ ਹੋਏ ਆ। ਮੋਰਚਾ ਬਿਲਕੁਲ ਜਿੱਦਾਂ ਸੀਗਾ ਉਦਾਂ ਹੀ ਚੱਲ ਰਿਹਾ। ਉਹ ਮੀਡੀਆ ਵਾਲੇ ਜਿਹੜੇ ਜੀ ਹਿੰਦੁਸਤਾਨ ਵਾਲੇ 2 ਰਿਪੋਰਟਰ 3 ਰਿਪੋਰਟਰ ਫੜੇ ਸੀਗੇ, ਉਹਨਾਂ ਨੇ ਜਿਹੜੇ ਸਵੇਰ ਨੂੰ ਲੰਗਰ ਦੇ ਵਿੱਚ ਜਦੋਂ ਬਣਦਾ ਨਹੀਂ ਹੁੰਦਾ, ਖਾਲੀ ਹੁੰਦਾ, ਉਦੋਂ ਕਵਰੇਜ ਕਰਦੇ ਸੀਗੇ। ਉਹਨਾਂ ਨੇ ਫੜ ਕੇ ਉੱਥੇ ਜਥੇਬੰਦੀਆਂ ਵਾਲਿਆਂ ਨੇ ਫੜ ਕੇ ਮੀਡੀਆ ਦੇ ਮੂਹਰੇ ਅੱਗੇ ਲਿਆਂਦੇ ਵੀ ਦੱਸੋ ਭਾਜੀ, ਉਹ ਮੰਨੇ ਵੀ ਅਸੀਂ ਪਾਪ ਕਰ ਰਹੇ ਆ, ਵੀ ਇਹ ਜਿਹੜਾ ਝੂਠ ਫੈਲਾ ਰਹੇ ਆ ਨਾ ਲੋਕਾਂ ਦੇ ਦਿਲਾਂ 'ਚ ਵੀ ਇੱਥੇ ਅੰਦੋਲਨ ਖਤਮ ਹੋ ਗਿਆ, ਇਹ ਫੰਡਿੰਗ ਨਹੀਂ ਹੋ ਰਹੀ ਇਹਨਾਂ ਨੂੰ, ਇਹ ਹੁਣ ਸ਼ੁਰੂ ਤੋਂ ਫੰਡਿੰਗ ਦਾ ਤੇ ਇਹ ਮਸਲਾ ਦੇਖੋ ਜੀ ਸ਼ੁਰੂ ਤੋਂ ਹੀ ਪਾ ਰਿਹਾ ਆਪ ਇਹਨਾਂ ਨੇ, ਹਿੰਦੂਆਂ ਨੇ, ਇਹਨਾਂ ਦੇ ਜਿਹੜੇ ਮੋਦੀ ਜਿਹੜਾ ਆਰਐਸਐਸ ਦੇ ਆ, ਆਪਾਂ ਸਾਰੇ ਹਿੰਦੂ ਮਾੜਾ ਨਹੀਂ ਕਹਿ ਸਕਦੇ, ਜਿਹੜੀ ਆਰਐਸਐਸ ਆ ਉਹ ਮਾੜੀ ਆ, ਠੀਕ ਹੈ ਜੀ। ਆਪ ਇਹਨਾਂ ਨੇ ਬਾਹਰ ਦੇ ਆਪ ਦੇ ਬਣਾਏ ਹੋਏ ਆ ਸਾਰੀਆਂ ਕੰਟਰੀਆਂ ਦੇ ਵਿੱਚ, ਉੱਥੋਂ ਇਹਨਾਂ ਨੂੰ ਪੈਸਾ ਇਕੱਠਾ ਆਉਂਦਾ, ਪੈਸਾ ਸਾਰੇ ਮੰਦਿਰਾਂ ਦੇ ਵਿੱਚ ਜਿੱਤੇ ਵੀ ਇਹਨਾਂ ਲਾਉਣਾ ਵਾ, ਇਹ ਪੈਸਾ ਇਕੱਠਾ ਕਰਦੇ ਆ। ਸਾਨੂੰ ਜੇ ਸਾਡੇ ਭਾਈ ਤੁਸੀਂ ਗਏ ਹੋ, ਆਪਦੀ ਮਿਹਨਤ ਕਰਦੇ ਹੋ, 20-22 ਘੰਟੇ ਤੁਸੀਂ ਸਾਰੀ ਦਿਹਾੜੀ ਚੱਲਦਾ ਜੀ, ਜਿਹੜਾ ਕੰਮ ਕਰਦਾ ਲੋਕ ਹਰ ਕੋਈ ਕਰਦੇ ਆ ਜੀ। ਉਹ ਆਪਦਾ ਦਸਵੰਧ, ਸਾਡੇ ਗੁਰੂਆਂ ਨੇ ਸਾਨੂੰ ਦਸਵੰਧ ਕੱਢਣਾ ਸਿਖਾਇਆ, ਆਪਦਾ ਦਸਵੰਧ ਕੱਢ ਕੇ ਇੱਥੇ ਇਸ ਟਾਈਮ ਅੱਜ ਔਖੀ ਘੜੀ ਸੀ ਆਪਣੀ, ਤੇ ਔਖੀ ਘੜੀ ਆ ਜਿਹੜਾ ਅੰਦੋਲਨ ਆ। ਇਸ ਤੋਂ ਅੱਗੇ ਜੇ ਆਪਾਂ ਕਿਸੇ ਨੂੰ ਪੈਸਾ ਬਾਅਦ ਚ ਪਾਇਆ ਨਾ ਪਾਇਆ ਉਹ ਕਿਸੇ ਕੰਮ ਨਹੀਂ। ਹਰ ਇੱਕ ਪੰਜਾਬੀ ਨੇ ਇਹ ਆਪਣਾ ਫਰਜ਼ ਸਮਝਿਆ ਵੀ ਇਹ ਪੰਜਾਬ ਦੀ ਹੋਂਦ ਦੀ ਲੜਾਈ ਆ, ਪੰਜਾਬ ਖਤਮ ਹੋ ਗਿਆ, ਅਸੀਂ ਖਤਮ ਹੋ ਜਾਣਾ, ਇਹ ਹਰ ਇੱਕ ਨੂੰ ਪਤਾ ਬਈ ਖਤਮ ਹੋ ਹੀ ਜਾਣਾ, ਠੀਕ ਹੈ ਜੀ। ਅੰਦੋਲਨ ਤੇ ਕੋਈ ਢਾਹ ਨਹੀਂ ਲੱਗੀ, 2-4 ਦਿਨ ਦੇ ਵਿੱਚ ਕਵਰ ਹੋ ਗਿਆ ਸੀ ਜਿਹੜਾ 26 ਵਾਲਾ ਕਾਂਡ ਹੋਇਆ ਸੀਗਾ। ਬਿਲਕੁਲ। ਉਹ ਵੀ ਹੁਣ ਕੱਲ ਮੈਂ ਬਿਆਨ ਸੁਣਦਾ ਸੀ ਇੱਕ ਆਗੂ ਦਾ, ਉਹ ਕਹਿੰਦਾ ਵੀ ਅਸੀਂ ਸਮਝ ਨਹੀਂ ਸਕੇ, ਰਾਜੇਵਾਲ ਦਾ ਸ਼ਾਇਦ, ਵੀ ਅਸੀਂ ਸਮਝ ਨਹੀਂ ਸਕੇ। ਉਹਨਾਂ ਨੇ 22 ਦੀ ਮੀਟਿੰਗ 'ਚ ਕਿਹਾ ਸੀ ਵੀ ਚਲੋ ਤੁਸੀਂ ਆਪਦੀ ਪਰੇਡ ਦੇਖੋ, ਅਸੀਂ ਆਪਦਾ ਦੇਖਦੇ ਕੀ ਕਰਨਾ। ਸਾਨੂੰ ਕਹਿੰਦੇ
ਦਾ ਇਹ ਨਹੀਂ ਸਮਝ ਆਈ, ਉਹ ਕਹਿੰਦਾ ਅਗਲੇ ਆਪ ਦਾ ਕਰ ਗਏ। ਸਰਕਾਰਾਂ ਨੇ ਜਿਹੜਾ ਕਰਨਾ ਸੀਗਾ, ਜੋ ਉਹਨਾਂ ਦੀ ਚਾਲ ਸੀ ਉਹ ਕਰ ਗਏ। ਥੋੜੀ ਜਿਹੀ ਹਿਲਜੁਲ ਹੋਈ, ਇਹ 'ਚ ਕੋਈ ਸ਼ੱਕ ਨਹੀਂ। 26 ਤਰੀਕ ਰਾਤ ਨੂੰ ਲੋਕ ਤਕਰੀਬਨ 21, 22, 23, 24 ਦੇ ਲੋਕ ਏਦਾਂ ਜਾ ਰਹੇ ਸੀਗੇ, ਕਾਫੀ 5-6 ਦਿਨਾਂ ਦੇ ਵਿੱਚ ਇਕੱਠ ਕਾਫੀ ਲੰਬਾ ਹੋ ਗਿਆ। ਟਰੈਕਟਰ ਵੀ ਕਾਫੀ, ਲੋਕ ਵੀ ਬਹੁਤ ਲੱਖਾਂ ਦੀ ਗਿਣਤੀ 'ਚ ਹੋ ਗਏ। ਜਦੋਂ 26 ਨੂੰ ਆਹ ਕਾਂਡ ਹੋਇਆ, ਲੋਕ 26 ਨੂੰ ਵਾਪਸ ਮੁੜੇ। ਕੁਛ ਕੁ ਟਰਾਲੀਆਂ ਨਾਲ, ਕੁਛ ਕੁ ਹੁੰਦੇ ਆ ਲੋਕ ਜਿਨ੍ਹਾਂ ਨੂੰ ਡਰ ਹੁੰਦਾ। ਇੱਕ ਪਹਿਲੋਂ ਜੇ ਕਹਿ ਦਈਏ ਵੀ ਇੱਕ ਮੇਲਾ ਸੀਗਾ ਲੋਕਾਂ ਦੀ ਨਿਗਾਹ 'ਚ, ਜਿਹੜੇ 1-2 ਦਿਨ ਲਈ ਜਾਂਦੇ ਸੀ ਉਹਨਾਂ ਲਈ ਮੇਲਾ ਸੀਗਾ। ਰਾਤ ਨੂੰ ਗਏ, ਦਿਨ ਦੇਖਿਆ, ਖਾਧਾ ਪੀਤਾ। ਜਿਹੜੇ ਹੁਣ ਪੱਕੇ ਬੈਠੇ ਆ, ਜਿਨ੍ਹਾਂ ਨੂੰ ਬਹਿਣਾ ਘਰ ਛੱਡ ਕੇ ਅਸੀਂ ਬੈਠੇ ਆ, ਸਾਨੂੰ ਪਤਾ ਵੀ ਮੇਲਾ ਵਾ ਜਾਂ ਕੀ ਆ। ਸਾਡੀ ਸੋਚ ਕੁੱਭੀ ਰਹਿੰਦੀ ਵੀ ਜੇ ਇੱਥੋਂ ਅੰਦੋਲਨ ਖਰਾਬ ਹੋ ਗਿਆ, ਅਸੀਂ ਪੰਜਾਬ ਕਿੱਦਾਂ ਬਣਨਾ, ਪੰਜਾਬ ਸਾਡੇ ਰਹਿਣਾ ਨਹੀਂ ਕੁਛ, ਇਹਦਾ ਛੱਡਣਾ ਨਹੀਂ ਸਾਡਾ ਕੁਛ। ਅੰਦੋਲਨ ਖਤਮ ਕਰਨ ਨੂੰ ਸਰਕਾਰਾਂ ਵੀ ਲੱਗੀਆਂ ਹੋਈਆਂ, ਪੰਜਾਬ ਗਵਰਨਮੈਂਟ ਵੀ ਲੱਗੀ ਆ, ਸਾਰੇ ਬਾਦਲ ਵੀ ਲੱਗੇ ਹੋਏ ਆ। ਇਹ ਸਾਡਾ ਨੁਕਸਾਨ ਹੋਣਾ। ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਅੰਦੋਲਨ ਨੂੰ ਖਤਮ ਕਰਨ ਲਈ ਲੱਗੀਆਂ ਹੋਈਆਂ, ਇਹ 'ਚ ਨੋ ਡਾਊਟ, ਕੋਈ ਸ਼ੱਕ ਨਹੀਂ, ਇਹ ਗੱਲ ਸਹੀ ਜੀ। ਉਹ ਏਜੰਸੀਆਂ ਕੰਮ ਕਰ ਰਹੀਆਂ ਅੰਦੋਲਨ ਨੂੰ ਖਤਮ ਕਰਨ ਲਈ, ਪਰ ਜਿਹੜੇ ਸਾਡੇ ਵੀਰ ਡਟੇ ਹੋਏ ਆ ਉੱਥੇ, ਸਾਡੇ ਲੀਡਰ ਦਿਨ ਰਾਤ ਇੱਕ ਕੀਤਾ ਹੋਇਆ, ਇਹ ਅੰਦੋਲਨ ਖਤਮ ਨਹੀਂ ਹੋਣਾ ਉਨੀ ਦੇਰ, ਕਿਉਂਕਿ ਇਹ ਹੱਕ ਸੱਚ ਦਾ ਅੰਦੋਲਨ ਹੈ। ਇੱਕ ਨਾ ਚੱਕਰੇ ਜਦੋਂ ਲੋਕ ਆਪਸ ਦੇ ਵਿੱਚ ਪੋਸਟਾਂ ਪਾਈ ਜਾ ਰਹੇ ਆ, ਕੋਸ਼ਿਸ਼ ਕਰ ਰਹੇ ਆ, ਇਹ ਗੱਲ ਠੀਕ ਹੈ ਤੁਹਾਡੀ, ਵਿਘਨ ਪਾ ਰਹੇ ਆ, ਪਰ ਉਹ ਵਿਘਨ ਕੋਸ਼ਿਸ਼ ਕਰ ਰਹੇ ਆ ਪੂਰੀ। ਕੋਈ ਵੀ ਮਤਲਬ ਮੌਕਾ ਉਹ ਜਾਣ ਨਹੀਂ ਚਾਹੁੰਦੇ, ਕੋਈ ਵੀ ਨਹੀਂ ਜਾਣ ਦਿੰਦੇ। ਹੁਣ ਇਸ ਮੌਕੇ ਨਾਲ ਜੰਗ ਛੇੜ ਦਿੱਤੀ ਉਹਨਾਂ ਜੀ, ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਜੰਗ ਛਿੜੀ ਹੋਈ ਆ। ਹਾਂਜੀ ਬੀਤੇ ਭਾਜੀ, ਮੈਂ ਇੱਕ ਗੱਲ ਵਿੱਚ ਐਡ ਕਰਦੇ ਆ। ਮੈਂ ਕੱਲ ਨਾ ਇੱਥੇ ਇੱਕ ਕੋਲੂ ਆ, ਪੁਰਾਣੀ ਦਾਣਾ ਮੰਡੀ ਕਪੂਰਥਲੇ, ਜੀ ਸਰੋਂ ਦਾ ਤੇਲ ਲੈਣ ਗਿਆ। ਹਾਂਜੀ, ਕੱਟੜ RSS ਦਾ ਬੰਦਾ ਸੀ। ਪਹਿਲਾਂ ਜਾਰੀ ਮੈਂ 5-4 ਸਾਲ ਤੋਂ ਉਹਦੇ ਤੋਂ ਹੀ ਸਾਡਾ ਇਹ ਤੇਲ ਦਾ ਜਿਹੜਾ ਸਿਸਟਮ ਸਰੋਂ ਦਾ ਚੱਲਦਾ, ਉਹ RSS ਦੇ ਗੀਤ ਗਾਉਂਦਾ ਹੁੰਦਾ ਸੀ ਜਦੋਂ ਅਸੀਂ ਬਹਿਣਾ, ਤੇ ਸਾਡੀ ਤਕਰੀਬਨ ਬਹਿਸ ਇਸੇ ਤੇ ਹੁੰਦੀ। ਪਹਿਲੀ ਵਾਰੀ ਕੱਲ ਉਹ ਬੰਦਾ ਸੁਣਿਆ ਕਿ RSS ਨੂੰ ਗਾਲਾਂ ਕੱਢ ਰਿਹਾ। ਅੱਛਾ, ਲੋਕੀ ਬਦਲਣ ਲੱਗ ਪਏ। ਉਹ ਕਹਿੰਦਾ, ਉਹਨੇ ਦੱਸਿਆ, ਕਹਿੰਦਾ ਭਾਜੀ ਜਿਹੜਾ ਸਾਡਾ ਬਿਜ਼ਨਸ ਅੱਗੇ ਰੋਜ਼ ਦਾ 15 ਤੋਂ 20 ਹਜ਼ਾਰ ਰੁਪਇਆ, ਕਹਿੰਦਾ 15,000 10,000 ਰੁਪਇਆ ਘਰ ਲੈ ਕੇ ਜਾਂਦੇ ਸੀ, ਤਾਂ ਹੁਣ ਕਹਿੰਦਾ ਸਾਨੂੰ ਮਹੀਨਾ ਹੋ ਗਿਆ ਤਾਂ ਅਸੀਂ ਕਦੀ 3,000 2,500 ਇਕੱਠਾ ਨਹੀਂ ਕਮਾ ਕੇ ਦੇਖਿਆ। ਉਹ ਤਾਂ ਖਤਮ ਹੋਇਆ। ਕੋਲੂ ਜੇ ਲਾਗੂ ਹੋ ਗਿਆ ਕਾਨੂੰਨ, ਕੋਲੂ ਕੇ ਪੁੱਛਣੋ ਖਤਮ। ਕੋਲੂ ਤਾਂ ਪੁੱਛ ਕਿਸੇ ਨਾ ਨਾ ਸਹੀ ਹੈ ਗੱਲ, ਬਿਲਕੁਲ ਬਿਲਕੁਲ। ਉਹਨਾਂ ਨੂੰ ਜਾਣਨਾ ਕਿ ਨਹੀਂ। ਮੈਂ ਇਹੀ ਕਰਦਾ, ਅੰਦੋਲਨ ਦਾ ਸੀਗਾ, ਅੰਦੋਲਨ ਆਪਣਾ ਬਹੁਤ ਵਧੀਆ ਚੱਲ ਰਿਹਾ। ਜੇਬ 'ਚ ਪੈਸਾ ਹੋਊ ਤਾਂ ਬੰਦਾ ਦੁਕਾਨ ਤੇ ਜਾ ਕੇ ਖਰਚੂ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਆਪਣੇ ਉਹਨਾਂ ਨੇ, ਮੈਂ ਤੁਹਾਡੀ ਗੱਲ ਕਰ ਰਿਹਾ ਹੈਗਾ ਆਪਣੇ ਗੁਰਚਰਨ ਭਾਜੀ। ਹਾਂਜੀ ਜੀ, ਇਹ ਆ ਗੁਰਬਚਨ ਭਾਜੀ ਵੀ, ਇਹ ਆ ਵੀ ਜਿਹੜਾ ਆਪਣੇ ਲੋਕ ਕੁਛ ਲੱਗੇ ਹੋਏ ਆ ਨਾ ਇੱਕ ਦੂਜੇ ਨਾਲ, ਉਹ ਫਲਾਣਾ ਮਾੜਾ ਕਾਮਰੇਡ, ਉਹ ਜੋ ਇਹ ਦੇਖੋ, ਆਪਾਂ ਹੱਲੇ ਕੋਈ ਫੈਸਲਾ ਨਹੀਂ ਕਰ ਸਕਦੇ। ਜੇ ਜਥੇਬੰਦੀਆਂ ਖਾਲੀ ਮੁੜਦੀਆਂ ਜਾਂ ਕਹਿ ਰਹੀਆਂ ਵੀ ਆਪਾਂ ਅਪੀਲ ਨਹੀਂ, ਰੱਦ ਨਹੀਂ ਕਰਾਉਣੇ, ਆਪਾਂ ਉਦਾਂ ਹੀ ਚੱਲੀਏ, ਸੋਧ ਤੇ ਚੱਲੀਏ, ਚਲੋ ਵੀ ਆ ਮੋਰਚਾ ਆਪਾਂ ਲੈ ਕੇ ਚੱਲੀਏ, ਫੇਰ ਆਪਾਂ ਬਣਦੇ ਉਹਨਾਂ ਨੂੰ ਗਲਤ ਕਹਿਣਾ। ਫੇਰ ਆਪਣਾ ਬਣਦਾ ਉਹਨਾਂ ਨੂੰ ਗਲਤ ਕਹਿਣਾ ਵੀ ਹਾਂ ਤੂੰ ਗਲਤ ਆ ਭਾਈ, ਉਹ ਤਾਂ ਸਹੀ ਸੀਗਾ। ਜਦੋਂ ਯਾਰ ਉਹ ਅੜੇ ਆ, ਉਹ ਕਹਿ ਰਹੇ ਆ ਵੀ ਹਾਂ ਅਸੀਂ ਰੱਦ ਕਰਾ ਕੇ ਜਾਣੇ ਆ, ਉਦਾਂ ਨਹੀਂ ਜਾਣਾ, ਤੇ ਜਾਣ ਕਿੰਨੇ ਦੇਣੇ, ਸਟੇਜ ਸੈਂਟਰ 'ਚ ਲੱਗੀ ਹੋਈ ਆ, ਪਰਲੇ ਬੰਨੇ ਦੂਜੀ ਜਥੇਬੰਦੀ ਆ, ਪਿੱਛੇ ਲੋਕ ਆ, ਕਿੱਧਰ ਨੂੰ ਜਾਣ ਦੇਣਗੇ? ਜੇ ਕਹਿਣਗੇ ਵੀ ਜਾਣਾ, ਕਹਿਣਾ ਜਾਓ ਭੱਜੋ ਤੁਸੀਂ, 35-30 ਆਦਮੀ ਲੋਕਾਂ ਦਾ ਅੰਦੋਲਨ, ਲੋਕ ਖੁਦ ਲੜਨਗੇ। ਇਹ ਆ ਵੀ ਥੋੜੀ ਜਿਹੀ ਲੋਕਾਂ ਨੂੰ ਵੀ ਜਿਹੜੀ ਜੰਗ ਛੇੜੀ ਆ, ਉਹ ਨਹੀਂ ਆਪਣੀ ਸੋਸ਼ਲ ਮੀਡੀਆ ਚਾਹੀਏ, ਉਹ ਤਾਂ ਸਰਕਾਰ ਤੇ ਚਾਹੁੰਦੀ ਆ ਵੀ ਇਹ ਆਪਸ ਦੇ ਵਿੱਚ ਲੜਨ, ਅੰਦੋਲਨ ਦੋ ਫੜ ਹੋਵੇ, ਇਹੋ ਹੀ ਉਹਨਾਂ ਦੀ ਨੀਤੀ ਹੁੰਦੀ ਹੈ। ਫਾੜੋ ਤੇ ਰਾਜ ਗਲਤ ਜੰਗ ਛੇੜੀ ਹੋਈ ਆ। ਇਹ ਜਿਹੜੀਆਂ ਮਨੂਵਾਦੀ ਸਰਕਾਰਾਂ, ਇਹਨਾਂ ਦੇ ਜਿਹੜੇ ਚੇਲੇ ਚਪਟੇ ਆ ਜਾਂ ਉਹਨਾਂ ਦੇ ਏਜੰਸੀਆਂ ਹੈਗੀਆਂ, ਉਹ ਤਾਂ ਕੋਸ਼ਿਸ਼ ਕਰ ਰਹੀਆਂ, ਪਰ ਹੁਣ ਇਹ ਆਪਣੇ ਲੀਡਰਾਂ ਨੂੰ, ਸਾਡੇ ਸਿਰ ਕੱਢ ਯੋਧਿਆਂ ਨੂੰ ਇਹ ਸੋਚਣਾ ਪੈਣਾ ਵੀ ਆਪਾਂ ਕਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਅੱਗੇ ਵਧੀਆ ਢੰਗ ਨਾਲ ਲਿਜਾ ਸਕਦੇ ਹਾਂ, ਔਰ ਕਿਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਭਾਈਚਾਰਕ ਸਾਂਝ ਬਣਾ ਕੇ ਏਕੇ ਨੂੰ ਕਾਇਮ ਰੱਖ ਸਕਦੇ ਹਾਂ। ਇਹ ਸਾਨੂੰ ਸਮਝਣਾ ਪੈਣਾ। ਇਹ ਬੜਾ ਜੇ ਕਹਿ ਦਈਏ ਇਹ ਵੀ ਪੰਜਾਬ ਗਵਰਨਮੈਂਟ ਸਕੀ ਆ, ਪੰਜਾਬ ਗਵਰਨਮੈਂਟ ਨਹੀਂ ਸਕੀ। ਅਕਾਲੀ ਦਲ ਖਤਮ ਹੋਇਆ ਫਿਰਦਾ, ਭਾਜਪਾ ਖਤਮ ਹੋ ਗਈ, ਅਕਾਲੀ ਦਲ ਵੀ ਉਹਨੇ ਖਤਮ, ਭਾਜਪਾ ਨੇ ਕਰਨਾ, ਠੀਕ ਹੈ ਜੀ। ਤੇ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਇਹ ਪਿਆ ਵੀ ਅਸੀਂ ਰਹਿਣ, ਕਾਂਗਰਸ ਵੀ ਨਹੀਂ ਦੇਣੀ, ਤੇ ਕਾਂਗਰਸ ਵਾਲੇ ਵੀ ਚਾਹੁੰਦੇ ਆ ਵੀ ਜੇ ਅੰਦੋਲਨ ਜਿੱਤ ਕੇ ਆ ਗਏ, ਇੱਕ
ਕਿਸਾਨਾਂ ਦਾ ਲੋਕ ਜਿਹੜੇ ਜਾਗੇ ਇਹਨਾਂ ਦਾ ਸਾਰਾ ਕੁਝ ਹੋਏ ਨਾ ਅਸੀਂ ਲੱਗ ਜਾਣਾ ਖੋਡੇ। ਇਹ ਵੀ ਨਹੀਂ ਚਾਹੁੰਦੇ, ਪੰਜਾਬ ਗੌਰਮੈਂਟਾਂ ਵੀ ਨਹੀਂ ਚਾਹੁੰਦੀਆਂ ਵੀ ਅੰਦੋਲਨ ਜਿੱਤਣ। ਉਹ ਵੀ ਕਹਿੰਦੇ ਰੱਦ ਰੁੱਦ ਕਰਾ ਕੇ ਜੇ ਹੁੰਦਾ ਇੱਧਰ ਉੱਧਰ ਐ ਕਰਕੇ। ਹੁਣ ਡੀਸੀਆਂ ਨੇ ਕਿਹਾ ਸੀ, ਆਪਣੇ IAS ਅਫਸਰਾਂ ਨੇ ਸ਼ਾਇਦ ਰਾਜੇਵਾਲ ਨੂੰ ਵੀ ਸਲਾਹ ਦਿੱਤੀ ਸੀ ਵੀ ਜੇ ਹੁੰਦਾ ਕੋ ਲੈ ਦੇ ਕੇ ਰੱਦ ਕਰਾ ਕੇ ਆ ਜਾਓ, ਨਾ ਮੁੰਡੇ ਮਰਵਾਓ ਨਾ ਕੁਛ ਕਰੋ। ਉਹ ਕਹਿੰਦੇ ਵੀ ਅਸੀਂ ਤਾਂ ਸ਼ਾਂਤੀ ਨਾਲ ਬਹਿਣਾ। ਦੇਖੋ ਸ਼ਾਂਤੀ ਨਾਲ ਜਿੰਨਾ ਲੰਮਾ ਬੈਠੇ ਰਹਿਣਗੇ ਉਹਨਾਂ ਨੁਕਸਾਨ ਉਹਨਾਂ ਦਾ ਹੋਈ ਜਾਣਾ। ਸ਼ਾਂਤੀ ਤੇ ਆਪਾਂ ਹੁਣ ਸ਼ਾਂਤੀ ਦੇ ਨਾਲ ਹੁਣ ਇੱਕ ਬੰਦਾ ਮਾਰੀ ਜਾਊਗਾ, ਮੈਨੂੰ ਕੁੱਟੀ ਜਾਊਗੀ, ਮੈਂ ਬੋਲੂ ਨਾ ਐ ਬਹਿਰੂਗਾ, ਹਾਰ ਕੇ ਤਾਂ ਉਹਨੇ ਥੱਕ ਕੇ ਤੇ ਬਹਿਣਾ ਹੀ ਆ ਵੀ ਠੀਕ ਹੈ ਮੰਨ ਲੈਂਦੇ ਆ ਤੇਰੀ ਸ਼ਾਂਤੀ ਜਿਹੜੀ। ਇਸੇ ਲਈ ਸ਼ਾਂਤੀ ਦਾ ਉਹਨਾਂ ਨੇ ਕਿਹਾ ਵੀ ਸ਼ਾਂਤੀ ਨਾਲ ਆਪਾਂ ਨੂੰ ਮੰਨਣੀ ਚਾਹੀਦੀ ਹੈ ਉਹਨਾਂ ਦੀ। ਜਿਨ੍ਹਾਂ ਦੇ ਪਰਚੇ ਹੋਏ ਆ ਉਹਨਾਂ ਮਗਰ ਸਟੈਂਡ ਵੀ ਲੈਣਾ ਚਾਹੀਦਾ ਜਥੇਬੰਦੀਆਂ ਨੂੰ, ਜਿਹੜੇ ਕਿਸਾਨੀ ਲਈ ਪਰਚੇ ਹੋਏ ਆ। ਅੱਛਾ ਮੈਂ ਇੱਥੇ ਪੀਤੇ ਭਾਜੀ ਇੱਥੇ ਆਪਣੀ ਗੱਲ 'ਚ ਮੈਂ ਐਡ ਕਰਾਂ ਜਿਹੜੀ ਗੱਲ ਤੁਸੀਂ ਕਿਹਾ ਬਈ ਬਿਲਕੁਲ ਸਾਡੀ ਗੱਲ ਸਹੀ ਗੱਲ ਵੀ ਜਿਹਨਾਂ ਤੇ ਪਰਚੇ ਹੋਏ ਆ ਉਹਨਾਂ ਦੀ ਕਿਸਾਨ ਜਥੇਬੰਦੀਆਂ ਨੂੰ ਸਪੋਰਟ ਕਰਨੀ ਚਾਹੀਦੀ, ਸਾਰ ਲੈਣੀ ਚਾਹੀਦੀ ਹੈ। ਇੱਕ ਗੱਲ ਮੇਰੇ ਦਿਮਾਗ 'ਚ ਆ ਰਹੀ ਆ ਬਈ ਦੇਖੋ ਕਿਸੇ ਦਾ ਜਿਹੜੇ ਆਪਣੇ ਲੀਡਰ ਆ ਆਪਾਂ ਦੇਖੋ ਅਸੀਂ ਕਿਸੇ ਦੀ ਕੋਈ ਵਿਰੋਧਤਾ ਨਹੀਂ ਕਰਦੇ, ਠੀਕ ਆ। ਉਹ 26 ਜਨਵਰੀ ਨੂੰ ਕੁਛ ਵੀਰ ਜਿਹੜੇ ਕੁਛ ਵੀਰ ਸੀਗੇ ਗਰਮ ਜੋਸ਼ ਮਤਲਬ ਜੋਸ਼ ਵਿੱਚ ਉਹਨਾਂ ਨੇ ਸੰਯੁਕਤ ਮੋਰਚੇ ਦੀ ਜਿਹੜੇ ਪ੍ਰੋਗਰਾਮ ਦੀ ਪੂਰੀ ਤਰ੍ਹਾਂ ਉਹਨਾਂ ਨੇ ਉਹਨੂੰ ਮੰਨਿਆ ਨਹੀਂ, ਉਹ ਤੋਂ ਬਾਹਰ ਗਏ। ਦੂਜੇ ਪਾਸੇ ਸਰਕਾਰ ਨੇ ਟਰੈਪ ਸਿੱਟਿਆ ਸੀਗਾ, ਸਰਕਾਰ ਨੇ ਟਰੈਪ ਫਸਾਉਣਾ ਸੀਗਾ, ਉਹ ਸਰਕਾਰ ਕਾਮਯਾਬ ਹੋ ਗਈ। ਮੇਰਾ ਇੱਕ ਸਵਾਲ ਆ ਵੀ ਜਿਹੜੇ ਕੇਸ ਆ ਉਹ ਕਿਸਾਨ ਮਜ਼ਦੂਰ ਆਪਣੇ ਲੀਡਰਾਂ ਦੇ ਉੱਪਰ ਹੀ ਪਾਏ ਹੋਏ ਆ ਜਾਂ ਆਪਣੇ ਇਹਨਾਂ ਨੌਜਵਾਨਾਂ ਤੇ ਪਾਏ, ਲੱਖੀ ਸਿਧਾਣੇ ਤੇ ਜਾਂ ਦੀਪ ਸਿੱਧੂ ਜਾਂ ਹੋਰ ਵੀ ਕਈਆਂ ਤੇ। ਹੁਣ ਦੇਖੋ ਮੈਨੂੰ ਇੱਕ ਗੱਲ ਦੂਜੇ ਦੀ ਬਹੁਤ ਵਧੀਆ ਲੱਗੀ, ਉਹਦਾ ਨਾਂ ਕੀ ਆ, ਰੁਲਦੂ ਸਿੰਘ ਮਾਨਸਾ ਦੀ। ਉਹ ਕਹਿੰਦਾ ਵੀ ਕੇਸ ਪਾਇਆ ਜੇ ਹਿੰਮਤ ਮੈਨੂੰ ਗ੍ਰਿਫਤਾਰ ਕਰਕੇ ਦਿਖਾ ਲਾ ਨਾ 100-200 ਬੰਦਾ ਤਾਂ ਮੇਰੇ ਨਾਲ ਤਕਰੀਬਨ ਹੁੰਦਾ ਹੀ ਹੁੰਦਾ ਆ ਵੀ ਜੇ ਹਿੰਮਤ ਮੈਨੂੰ ਕਰਨ ਦੱਸੇ ਗ੍ਰਿਫਤਾਰ ਸੌਖਾ ਨਹੀਂ ਮੈਂ ਗ੍ਰਿਫਤਾਰ ਹੁੰਦਾ। ਮੇਰਾ ਇੱਕ ਇੱਥੇ ਸਵਾਲ ਇਹ ਆ ਵੀ ਜੇ ਲੱਖੇ ਸਿਧਾਣੇ ਤੇ ਕੇਸ ਪਾਇਆ, ਲੱਖੇ ਸਿਧਾਣੇ ਨੂੰ ਕੀ ਅਰੈਸਟ ਕਰ ਲਿਆ ਉਹਨੇ? ਨਹੀਂ ਕੀਤਾ ਨਾ? ਨਹੀਂ ਓਕੇ। ਮੇਰਾ ਸਵਾਲ ਇਹ ਆ ਵੀ ਲੱਖੇ ਸਿਧਾਣੇ ਦੇ ਨਾਲ ਇੱਕ ਪਾਸੇ ਤਾਂ ਇਹ ਗੱਲ ਆਈ ਸਾਹਮਣੇ ਵੀ ਲੱਖਾਂ ਬੰਦੇ ਦੀਪ ਸਿੱਧੂ ਦੇ ਸਪੋਰਟਰ ਆ, ਲੱਖਾਂ ਹੀ ਬੰਦੇ ਲੱਖੇ ਸਿਧਾਣੇ ਦੇ ਸਪੋਰਟਰ ਆ, ਤੇ ਫੇਰ ਲੁਕਣ ਦੀ ਨਹੀਂ ਜ਼ਰੂਰਤ। ਜਿੱਥੇ ਆਪਣਾ ਮੋਰਚਾ ਲਾਇਆ ਉੱਥੇ ਬੈਠ ਜਾਣ। ਉਹ ਯਾਰ 10,000 ਬੰਦੇ ਦੇ ਵਿੱਚੋਂ 5,000 ਬੰਦੇ ਦੇ ਵਿੱਚੋਂ ਅਰੈਸਟ ਨਹੀਂ ਕਰ ਸਕਦੀ ਪੁਲਿਸ ਆਣ ਕੇ? ਸ਼ਾਂਤੀਪੂਰਵਕ ਬਹਿ ਜਾਓ। ਨਹੀਂ ਕਰ ਜੇ ਕਦੇ ਵੀ ਨਹੀਂ ਉਹਨਾਂ ਦਾ ਘਰਾਓ ਕਰ ਲਓ। ਇੱਕ ਚੜੂਨੀ ਸਾਹਿਬ ਦਾ ਬਿਆਨ ਮੈਨੂੰ ਵਧੀਆ ਲੱਗਾ ਵੀ ਜੇ ਆਉਂਦੇ ਆ ਗ੍ਰਿਫਤਾਰ ਕਰਨ ਤੁਸੀਂ ਉਹਨਾਂ ਨੂੰ ਬਿਠਾ ਲਓ, ਹਿੱਲਣ ਨਾ ਦਿਓ। ਮੈਂ ਇਹੀ ਸੁਝਾਅ ਦੇਣਾ ਚਾਹੂੰਗਾ, ਤੁਸੀਂ ਵੀ ਸੁਝਾਅ ਦਿਓ ਵੀ ਤੁਸੀਂ ਜੇ ਤੁਸੀਂ ਲੀਡਰ ਬਣਨਾ ਚਾਹੁੰਦੇ ਆ, ਜੇ ਤੁਸੀਂ ਕਹਿੰਦੇ ਹਨ ਲੱਖਾਂ ਮੁੰਡੇ ਸਾਡੇ ਮਗਰ ਆ, ਉਹ ਯਾਰੋ ਫਿਰ 500 ਬੰਦੇ ਜੇ ਨਹੀਂ ਪੁਲਿਸ ਤਾਂ ਗ੍ਰਿਫਤਾਰ ਕਰ ਸਕਦੇ। ਤੁਸੀਂ ਕਿਹੜਾ ਕਿਤੇ ਕਤਲ ਕਰ ਦਿੱਤਾ? ਤੁਸੀਂ ਬੈਠੇ ਉੱਥੇ ਤੁਸੀਂ ਮੋਰਚਾ ਲਾਇਆ, ਉੱਥੇ ਬਹਿ ਜਾਓ, ਦੇਖਦੇ ਹੋ ਕੌਣ ਆਉਂਦਾ ਗ੍ਰਿਫਤਾਰ ਕਰਨ। ਉਹ ਜਿੱਦਾਂ ਭੱਜ ਰਹੇ ਆ, ਗੌਰਮੈਂਟ ਭਜਾ ਰਹੀ ਆ। ਹਾਂਜੀ 23 ਤਰੀਕ ਨੂੰ ਬਠਿੰਡੇ ਦੇ ਵਿੱਚ ਲੱਖਾ ਸਿਧਾਣਾ ਬਹੁਤ ਵੱਡਾ ਇਕੱਠ ਕਰਨ ਜਾ ਰਿਹਾ। 23 ਤਰੀਕ ਅੱਜ ਕੀ ਆ? ਹਾਂ ਕੱਲ ਨੂੰ 22 ਤੇ ਪਰਸੋਂ ਨੂੰ। ਅੱਛਾ। ਮੈਂ ਅਪੀਲ ਕਰਦਾ ਪੰਜਾਬ ਦੇ ਸਾਰੇ ਬਜ਼ੁਰਗਾਂ ਨੂੰ ਵੀ ਤੇ ਨੌਜਵਾਨਾਂ ਨੂੰ ਵੀ ਤੇ ਬੀਬੀਆਂ ਮਾਈਆਂ ਭੈਣਾਂ ਨੂੰ ਵੀ ਤੇ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ। ਸਾਨੂੰ ਇਕੱਠੇ ਹੋਣ ਦਾ ਹੁਣ ਹੈਗਾ ਬਹੁਤ ਜ਼ਰੂਰੀ, ਸਾਨੂੰ ਏਕਾ ਦਿਖਾਉਣਾ ਪਊਗਾ, ਨਹੀਂ ਤਾਂ ਸਾਨੂੰ ਇਕੱਲੇ ਨੂੰ ਚੱਕਣਗੇ। ਇੰਦਰਜੀਤ ਉਹਦੇ ਵਿੱਚ ਬੈਠਾ ਚਾਹੀਦਾ ਇਹਨੂੰ, ਮਤਲਬ ਬਹਿ ਜਾਣ ਜਿੱਦਾਂ ਇਹ ਬੈਠੇ, ਜਿੱਦਾਂ ਤੁਸੀਂ ਬੈਠੇ। ਬਿਲਕੁਲ ਜੀ ਬਿਲਕੁਲ, ਜਦ ਆਪੂ ਸੇਮ ਪਰਚੇ ਹੋਏ ਆ, ਸਾਰਾ ਕੁਝ ਸੇਮ ਹੀ ਆ ਉਹਨਾਂ ਦੇ। ਹੁਣ ਜਿੱਦਾਂ ਪੀਤੇ ਬਾਜੀ ਮੰਨ ਲਓ ਤੁਹਾਡੇ ਪਰਚਾ ਹੋ ਗਿਆ, ਤੁਹਾਡੇ ਨਾਲ ਘੱਟੋ ਘੱਟ ਜੇ 200-300 ਬੰਦਾ ਵੀ ਆ, 200-300 ਬੰਦੇ ਦੇ ਵਿੱਚੋਂ ਜੇ ਉਹ ਗ੍ਰਿਫਤਾਰ ਕਰਨ ਆਉਂਦੇ ਆ, 200-300 ਬੰਦਾ ਕਹੇ ਵੀ ਚਲੋ ਅਸੀਂ ਵੀ ਨਾਲੇ ਚੱਲਦੇ ਹਾਂ, ਕਿੱਥੇ ਲੈ ਕੇ ਚੱਲੋ ਤੁਸੀਂ? ਜਿਹਦੇ ਨਾਲ 10,000 ਬੰਦਾ ਜੇਲ੍ਹ ਭਰ ਦਿਓ ਜਾ ਕੇ। ਜੀ ਠੀਕ ਹੈ ਨਾ? ਬਿਲਕੁਲ ਜੀ, ਇੱਕ ਬਿਲਕੁਲ ਗੱਲ ਹੈ। ਹਾਂ ਅਗਲੀ ਗੱਲ ਇੱਕ ਆਪਾਂ ਹੋਰ ਕਰੀਏ, ਭਜਨ ਸਿੰਘ ਧਾਲੀਵਾਲ ਜੀ, ਬਈ ਅੰਦੋਲਨ ਜਿਹੜਾ ਆ ਇਹ ਇੰਨੀ ਛੇਤੀ ਸਰਕਾਰ ਨੇ ਬਣਨਾ ਨਹੀਂ। ਉਹਦਾ ਕਾਰਨ ਕੀ ਆ ਕਿ ਵਰਲਡ ਲੈਵਲ ਤੇ ਜਿਹੜਾ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਇਹਨਾਂ ਨੇ ਕੀਤੇ ਉਹ ਸਾਈਨ। ਇਹਨਾਂ ਨੇ ਵਰਲਡ ਬੈਂਕ ਤੋਂ ਬਿਲੀਅਨ ਟ੍ਰਿਲੀਅਨ ਕਰਜ਼ਾ ਲਿਆ ਹੋਇਆ। ਉਹ ਕਰਜ਼ਾ ਇਹਨਾਂ ਨੇ ਆਪਣੇ ਲੀਡਰਾਂ ਦੇ ਵਿੱਚ ਸਾਰਾ ਵੰਡ ਕੇ ਸਵਿਸ ਬੈਂਕਾਂ ਭਰ ਦਿੱਤੀਆਂ। ਆਪਣੇ ਨੇ ਢਿੱਡ ਭਰੇ ਹੋਏ ਆ,
ਦੇਸ਼ ਦਾ ਕਰਤਾ ਸਤਿਆਨਾਸ਼। ਤੇ ਜਦੋਂ ਆਪਾਂ ਕਿਸੇ ਤੋਂ ਕਰਜ਼ਾ ਲੈਨੇ ਆ ਬਿਨਾਂ ਸ਼ੱਕ ਉਹਨਾਂ ਦੀਆਂ ਕੰਡੀਸ਼ਨਾਂ ਲਾਉਂਦੇ ਆ ਵੀ ਇਹ ਕੰਮ ਨਹੀਂ ਤੁਸੀਂ ਕਰ ਸਕਦੇ। ਉਹ ਹੁਣ ਜਿਹੜੀ ਗੱਲ ਆ ਵੀ ਮੁੜ ਘੜ ਕੇ ਮਾਰਨਾ ਕਿਹਨੂੰ ਹੁੰਦਾ? ਕਿਰਤੀ ਮਜ਼ਦੂਰ ਕਿਸਾਨ ਨੂੰ ਮਾਰਨਾ। ਇਹ ਕਾਰਪੋਰੇਸ਼ਨਾਂ ਜਿਹੜੀਆਂ ਵਰਲਡ ਦੀਆਂ ਹਨ ਨਾ, ਆਪਣੇ ਕੀਤੇ ਭਾਜੀ ਵਰਲਡ ਲੈਵਲ ਤੇ ਕਾਰਪੋਰੇਸ਼ਨ ਘਰਾਣਿਆਂ ਨੇ ਸਲਾਹ ਕੀਤੀ ਹੋਈ ਹੈ ਕਿ ਆਪਾਂ ਰਲ ਕੇ ਸ਼ੇਅਰ ਹੋਲਡਰ ਪਾਈ ਜਾਓ, ਸਾਰੀ ਦੁਨੀਆ ਨੂੰ ਕਵਰ ਕਰੋ, ਸਾਰੀ ਦੁਨੀਆ ਨੂੰ ਆਪਣੇ ਮੁੱਠੀ 'ਚ ਲੈ ਲਓ, ਗੁਲਾਮ ਬਣਾ ਕੇ ਰੱਖੋ। ਇਹੀ ਸਿਸਟਮ ਇੰਡੀਆ ਦੇ ਵਿੱਚ ਲਾਗੂ ਹੋਣਾ। ਤੇ ਉਹ ਹੁਣ ਜਿਹੜੀ MSP ਆ, ਜਿਹੜੀ ਘੱਟੋ ਘੱਟ ਪ੍ਰਾਈਸ ਹੈ ਫਸਲਾਂ ਦੀ, ਉਹ ਵਰਲਡ ਬੈਂਕ ਨੇ ਲਾਗੂ ਨਹੀਂ ਹੋਣ ਦੇਣੀ। ਬਿਲਕੁਲ। ਇਹਦੇ ਵਿੱਚ ਮੈਂ ਤੁਹਾਨੂੰ ਆਪਣੇ ਇੰਦਰਜੀਤ ਜੀ ਦੱਸ ਦਿਆਂ, ਇੱਕ ਨਵੀਂ ਖਬਰ ਆ ਰਹੀ ਆ ਵੀ ਜਿਹੜਾ ਇਹ ਸਾਡੇ ਇੱਥੇ ਢਪਈ ਵਾਲੀ ਨਹਿਰ ਜਿਹੜੀ ਆ ਨਾ, ਉਹ ਬੜੇ ਸਾਡੇ ਜਦੋਂ ਦਾ ਮੈਂ ਜੰਮਿਆ 50 ਸਾਲ ਤੋਂ ਦੇਖਦਾ ਆ ਰਿਹਾ ਮੈਂ, ਉਹ ਕਦੀ ਪਾਣੀ ਨਹੀਂ ਚੱਲਿਆ ਤੇ ਟੁੱਟੀ ਭੱਜੀ ਜੀ ਐਵੇਂ ਮਲੀਆਂ ਜੀਆਂ 18 ਦੀਆਂ, ਉਹ ਬਿਲਕੁਲ ਸੀਮੈਂਟ ਦੀ ਪੱਕੀ ਬਣਾਤੀ ਗਈ ਆ। ਕਾਲਾ ਸੰਘੀਆਂ ਵਾਲੀ ਜਿਹੜੀ ਆ ਉਹ ਪੱਕੀ ਬਣਾਤੀ ਗਈ ਆ। ਕਿਸਾਨਾਂ ਕੋਲੋਂ ਜ਼ਮੀਨ ਖੋਹਣ ਦਾ ਇਹਨਾਂ ਦਾ ਜਿਹੜਾ ਸਿਸਟਮ ਸੀ, ਉਹਦੇ ਵਿੱਚ ਇਹਨਾਂ ਨੇ ਹਜ਼ਾਰ ਕਿੱਲੇ ਦਾ ਪੱਧਰਾ ਕਰ ਦੇਣਾ, ਜਿਹੜਾ ਇੱਕ ਲੈਵਲ ਬਣਾ ਕੇ। ਉਹਦੇ ਵਿੱਚ ਇੱਕ ਮੱਕੀ ਆਉਂਦੀ ਆ ਖਾਸ ਕਿਸਮ ਦੀ, ਉਹ ਮੱਕੀ ਬੀਜੀ ਜਾਇਆ ਕਰੂਗੀ। ਉਹ ਮੱਕੀ ਜਿਹੜੀ ਆ ਉਹਦੇ ਵਿੱਚੋਂ ਇੱਕ ਕੋਈ ਨਿਕਲਦਾ ਹੈ ਤੇਲ, ਜਿਹੜਾ ਕਿ ਪੈਟਰੋਲ ਦੇ ਵਿੱਚ ਮਿਕਸ ਹੁੰਦਾ। ਅੱਛਾ, ਉਹ ਸਾਰਾ ਇਹਨਾਂ ਦੀ ਪਲੈਨਿੰਗ ਬਣੀ ਹੋਈ ਹੈ ਕਿ ਆਉਣ ਵਾਲੇ 20 ਸਾਲਾਂ ਤੱਕ ਜਿਹੜਾ ਪੈਟਰੋਲ ਵਾਲਾ, ਹੁਣ ਪੈਟਰੋਲ ਹੀ ਇੱਕ ਇਹਨਾਂ ਦੇ ਕੋਲ ਲੁੱਟਣ ਲਈ ਸਾਨੂੰ 100 ਤੇ ਲੱਗਾ ਸਾ ਪੈਟਰੋਲ ਨੂੰ, ਇਹ 20 ਸਾਲਾਂ ਤੱਕ ਧਰਤੀ ਦੇ ਵਿੱਚੋਂ ਖਤਮ ਹੋਣ ਜਾ ਰਿਹਾ। ਔਰ ਇਹ ਉਦੋਂ ਪਹਿਲਾਂ ਚਾਹੁੰਦੇ ਆ ਕਿ ਸਾਰੀ ਦੀ ਸਾਰੀ ਜ਼ਮੀਨ ਸਾਡੇ ਕੋਲ ਆ ਜਾਵੇ ਔਰ ਸਾਰੀ ਦੀ ਸਾਰਾ ਤੇਲ ਵਾਲਾ ਸਿਸਟਮ ਮੱਕੀ ਦੇ ਰਾਹੀਂ ਅਸੀਂ ਗਾੜੀ ਕੰਟੀਨਿਊ ਰੱਖੀਏ। ਕਿਉਂਕਿ 13-14 ਖੂਹ ਜਿਹੜੇ ਇੰਡੀਆ ਦੇ ਤੇਲ ਦੇ, ਉਹ ਅੰਬਾਨੀ ਅਡਾਨੀ ਨੂੰ ਦਿੱਤੇ ਹੋਏ ਆ, ਅੱਜ ਤੋਂ 15-20 ਸਾਲ ਪਹਿਲਾਂ ਤੋਂ ਹੀ ਦਿੱਤੇ ਹੋਏ ਗਵਰਨਮੈਂਟ ਨੇ। ਔਰ ਜਿਹੜਾ ਗੈਸ ਵਾਲਾ, ਰਸੋਈ ਵਾਲਾ, ਸਿਲੰਡਰ ਵਾਲਾ ਸਿਸਟਮ ਸਾਰਾ ਅੰਬਾਨੀ ਅਡਾਨੀ ਨੂੰ ਪਹਿਲਾਂ ਹੀ ਦਿੱਤਾ। ਸਰਕਾਰ ਹੈ ਹੀ ਅੰਬਾਨੀ ਤੇ ਅਡਾਨੀਆਂ ਦੀ, ਉਹਨਾਂ ਦੀ ਜਿਨ੍ਹਾਂ ਨੇ ਪੈਸਾ ਲਾਇਆ ਸਾਰਾ ਕੁਝ। ਇਹ ਜ਼ਮੀਨਾਂ ਖੋ ਕੇ ਤੇ ਮੱਕੀ ਬੀਜਣਗੇ ਤੇ ਇਹ ਨਹਿਰਾਂ ਚਾਲੂ ਕਰਨੀਆਂ ਇਹਨਾਂ ਨੇ। ਉਹ ਨਹਿਰਾਂ ਦਾ ਪਾਣੀ ਇਹ ਅੰਬਾਨੀ ਅਡਾਨੀ ਵਰਤਣਗੇ, ਸਾਨੂੰ ਨਹੀਂ ਜਾਣੀ, ਸਾਡੇ ਵਾਸਤੇ ਨਹੀਂਗਾ ਉਹ। ਅਡਵਾਨੀ ਇਸ ਕਰਕੇ ਰਹਿ ਗਿਆ ਕਿਉਂਕਿ ਉਹਨੂੰ ਫਾਈਨਾਂਸਰ ਨਹੀਂ ਲੱਭਾ ਕੋਈ। ਉਦੋਂ ਗੱਲ ਹੋਈ, ਮੋਦੀ ਨੇ ਸਿਆਪਾ ਪਾਇਆ 2013 ਦੇ ਵਿੱਚ, 14 ਦੀ ਇਲੈਕਸ਼ਨ ਤੋਂ ਪਹਿਲਾਂ, ਵੀ ਮੈਂ ਇਲੈਕਸ਼ਨ ਲੜਨੀ ਆ ਪ੍ਰਧਾਨ ਮੰਤਰੀ ਦੀ। ਉਹ ਕਹਿੰਦੇ ਜੇ ਗੱਲ ਕਰੀਏ ਤੇ ਆਪਣੇ ਕੋਲ ਅਡਵਾਨੀ ਬਣਦਾ। ਅਡਵਾਨੀ ਦੀ ਜਿਹੜੀ ਸ਼ੁਰੂ ਤੋਂ ਲੀਡਰਸ਼ਿਪ ਆ, ਪੁਰਾਣਾ ਲੀਡਰ ਹੈ ਆਪਣਾ। ਫਿਰ ਉਹਨਾਂ ਦੀ ਗੱਲ ਇਹ ਤੈਅ ਹੋਈ ਵੀ ਜਿਹੜਾ ਇਹ ਸਾਰਾ ਖਰਚ ਜਿੰਨਾ ਇਲੈਕਸ਼ਨਾਂ ਦਾ ਜੋ ਸਾਰਾ ਚੱਕ ਸਕਦਾ ਲੈ ਆਊਗਾ ਉਹ ਫਾਈਨਾਂਸਰ ਬੰਦੇ, ਉਹ ਪੱਕਾ। ਇਹਦੇ ਮਗਰ ਅੰਬਾਨੀ ਡਾਨੀ ਹੁਣੀ ਆ ਕੇ ਖੜ ਗਏ, ਮੀਡੀਆ ਖਰੀਦ ਲਿਆ ਸਾਰਾ ਇਹਨਾਂ ਨੇ। ਮੋਦੀ ਹੋਣ ਲੱਗ ਪਈ ਇੱਕੋ ਦਮ ਹੀ। ਤੇ ਗੁਜਰਾਤ ਚ ਹੀ ਪਹਿਲਾਂ ਤੇ ਆਪਾਂ ਅਡਵਾਨੀ ਹੁਣੀ ਸੁਣਦੇ ਹੁੰਦੇ, ਵਾਈਫਾਈ ਹੋ ਗਿਆ, ਅਡਵਾਨੀ ਹੋ ਗਿਆ। ਜਿਹੜਾ ਮੀਡੀਆ ਹੁਣ ਕੰਮ ਕਰ ਰਿਹਾ, ਉਹ ਗੋਦੀ ਮੀਡੀਆ, ਉਹ ਇਹਨਾਂ ਦੇ ਲਈ ਕੰਮ ਕਰ ਰਿਹਾ, RSS ਲਈ ਕੰਮ ਕਰ ਰਿਹਾ। ਬਿਲਕੁਲ ਇਹਨਾਂ ਦਾ ਖਰੀਦਿਆ ਹੋਇਆ ਉਹ ਚੱਕਰ ਹੈ ਨਾ ਜੀ। ਕਿਸੇ ਦੀ ਗੱਲ ਕਰਦਾ ਤੁਸੀਂ ਸੁਣਿਆ ਕਦੇ? ਕਦੇ ਵੀ ਨਹੀਂ ਇਹਨਾਂ ਨੇ ਖਰੀਦਿਆ ਹੋਇਆ, ਉਹ ਤਾਂ ਸਾਰੇ ਵੀਰੇ ਇਹ ਕਾਮਯਾਬ ਨਹੀਂ ਹੋਣੇ। ਜਿਹੜੇ ਲੋਕ ਛੋਟੀਆਂ ਦੁਕਾਨਾਂ ਵਾਲੇ, ਛੋਟੇ ਕਾਰਖਾਨੇ ਵਾਲੇ, ਸਾਰੇ ਤੜਫ ਉੱਠੇ ਆ। ਸਾਰਿਆਂ ਦਾ ਕਾਰੋਬਾਰ ਜਿਹੜਾ ਉਹ ਗਰਕ ਹੋ ਚੁੱਕਾ ਆ। ਹਰ ਇੱਕ ਜਿਹੜੀ ਚੈਨ ਸੀਗੀ ਚੱਲਦੀ, ਖੇਤੀਬਾੜੀ ਦਾ ਦਾਣਾ ਮੰਡੀ ਤੋਂ ਚੈਨ ਚੱਲਦੀ ਸੀ, ਸਾਰੀ ਮਾਰਕੀਟ ਬਾਜ਼ਾਰ ਉਦੋਂ ਹੀ ਰੰਗਤ ਆ ਜਾਂਦੀ ਸੀ ਜਦੋਂ ਇੱਥੇ ਕਣਕ ਤੇ ਝੋਨਾ ਪਹੁੰਚਦਾ ਸੀ ਮੰਡੀਆਂ 'ਚ। ਉਹ ਸਾਰਾ ਸਿਸਟਮ ਟੁੱਟ ਚੁੱਕਾ ਆ, ਉਹ ਖਤਮ ਹੋ ਚੁੱਕਾ। ਬਾਜ਼ਾਰ ਜਿਹੜਾ ਉਹ ਮੂੰਹ ਦੇ ਮੂੰਹ ਡਿੱਗ ਚੁੱਕਾ ਆ। ਤੇ ਉਹ ਲੋਕ ਹੁਣ ਆਪਾਂ ਉਦਣ ਲੰਘੇ ਸੀ ਤੇ ਉੱਥੋਂ ਦੀ ਫੁੱਲ ਲੋਕਾਂ ਨੇ ਸਿੱਟੇ, ਹਿੰਦੂ ਲੋਕਾਂ ਨੇ ਮੱਥੇ ਤੇ ਟਿੱਕੇ ਲੱਗੇ ਸੀ, ਮਗਰੋਂ ਫੁੱਲ ਸਿੱਟ ਰਹੇ ਸੀ ਸਾਡੇ ਤੇ। ਬਹੁਤ ਬਦਲ ਗਈ ਆ ਦੁਨੀਆ, ਮੁਲਕ ਬਦਲ ਗਿਆ। ਇਹਨਾਂ ਕਾਮਯਾਬ ਹੋ ਜਾਣਗੇ ਮੈਨੂੰ ਨਹੀਂ ਲੱਗਦਾ। ਹਿੰਦੂ ਮਾਰੇ ਨਹੀਂ ਹੈਗੇ, ਪਰ ਉਹ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ, ਉਹ ਜ਼ਰੂਰ ਇਹਨਾਂ ਦੀ ਗੱਲ ਉਹ ਥੋੜੇ ਜਿਹਾ ਲੋਕ ਆ। ਉਹ ਹਰ ਧਰਮ 'ਚ ਹੁੰਦੇ ਆ ਜੀ, ਆਪਣੇ ਸਿੱਖ ਧਰਮ ਦੇ ਵਿੱਚ ਵੀ ਹੈਗੇ ਆ। ਬਿਲਕੁਲ ਠੀਕ ਹੈ ਜੀ। ਆਪਣੇ ਪੰਜਾਬ 'ਚ ਦੇਖ ਲਓ, ਉਹ ਜਿਹੜੇ ਉਹ ਗਰੇਵਾਲ ਵਗੈਰਾ, ਉਹ ਮੋਦੀ ਦੀ ਬੋਲੀ ਬੋਲਦੇ ਆ। ਬਾਦਲ ਹੁਣੀ ਲਾ ਲਓ, ਜਿਹੜੇ ਪੰਥ ਤੇ ਖਵਾਉਂਦੇ ਸੀਗੇ, ਸਿਰਮੌਰ ਵੀ ਅਸੀਂ ਪੰਥ ਤੇ ਅਸੀਂ ਆ, ਉਹ ਲਾ ਲਓ। ਉਹਨਾਂ ਨੇ ਕਿੰਨੇ ਆਪਣੇ ਛੁਰੇ ਮਾਰੇ ਆ ਤੇ ਕਿੰਨੀ ਗਦਾਰੀ ਕੀਤੀ ਆਪਣੇ ਨਾਲ, ਪੰਥ ਨਾਲ ਕਿੰਨੀਆਂ ਗਦਾਰੀਆਂ ਕੀਤੀਆਂ। ਉਹਨਾਂ ਨੇ ਦੇਖੋ ਇੰਨੀ ਵਾਰੀ ਮੁੱਖ ਮੰਤਰੀ ਬਣ ਕੇ ਉਹਨੇ ਦੇਸ਼ ਨੂੰ ਲੁੱਟਿਆ ਜਾਂ ਬਣਾਇਆ, ਦਿੱਤਾ ਕੀ ਆ? ਬਿਲਕੁਲ ਜੀ ਬਿਲਕੁਲ। ਇਹ ਜਿਹੜਾ ਬਾਦਲ ਦਾ ਟੱਬਰ ਹੈ ਨਾ, ਇਹ ਨਰੈਣੂ ਮਹੰਤ ਦਾ ਜਾਨੀ ਕਿ ਕਹਿ ਸਕਦੇ ਆ ਕਿ ਫੋਟੋ ਕਾਪੀ ਆ ਕੇ ਸਾਡੇ ਸਾਹਮਣੇ। ਨਰੈਣੂ ਕਹਿ ਲੋ, ਇੱਕੋ ਹੀ ਗੱਲ ਆ। ਆਪਣੇ ਨਾਲ ਪਹਿਲੋਂ ਦੇਖੋ 4 ਲੱਖ ਅੱਗੇ ਇੰਨੀ ਭਾਜੀ ਆਪਣੀ ਜਾਗ੍ਰਿਤੀ ਆਈ ਅੰਦੋਲਨ ਨਾਲ। ਪਹਿਲੋਂ ਲੋਕ ਕਹਿੰਦੇ ਹੁੰਦੇ ਸਾਡੇ ਖੇਤਾਂ ਦੇ ਵਿੱਚ ਦੀ ਕਿਤੇ ਰੋਡ ਲੰਘ ਜਾਵੇ ਨਾ, ਕਿਉਂਕਿ ਪੈਸਾ ਜ਼ਿਆਦਾ ਦਿੰਦੀ ਸੀ ਗਵਰਨਮੈਂਟ। ਹੁਣ ਸਾਡੇ
ਇੱਥੋਂ ਰੋਡ ਲੰਘ ਰਿਹਾ ਸੀ, ਲੋਕਾਂ ਨੂੰ ਚਾਹ ਸੀ ਪਹਿਲੋਂ, ਅੱਜ ਤੋਂ ਮਹੀਨਾ ਸਾਲ ਕ ਪਹਿਲੋਂ, ਕਹਿੰਦੇ ਰੋਡ ਲੰਘਣਾ ਸਿੱਧਾ ਦਿੱਲੀ ਕੱਟਣਾ ਐਕਸਪ੍ਰੈਸ। ਕਰੋ ਇੱਕ ਜ਼ਰੂਰ ਇਦਾਂ ਦਾ ਕੋਈ ਸੰਘਰਸ਼, ਇੱਕ ਇਦਾਂ ਦੀ ਕੋਈ ਕਮੇਟੀ ਬਣਾਓ ਜਿਹੜੀ ਪਿੰਡ ਘਰ ਘਰ ਦੇ ਵਿੱਚ ਜਾ ਕੇ ਜਾਗਰਿਤ ਕਰੇ ਉਹਨਾਂ ਮਜ਼ਦੂਰਾਂ ਨੂੰ, ਉਹਨਾਂ ਕਿਰਤੀਆਂ ਨੂੰ, ਉਹਨਾਂ ਯੋਧਿਆਂ ਨੂੰ, ਉਹਨਾਂ ਕਿਸਾਨਾਂ ਨੂੰ, ਉਹਨਾਂ ਸਾਰੇ ਭਾਈਚਾਰੇ ਨੂੰ ਇੱਕ ਸਾਂਝ, ਇੱਕ ਪਿਆਰ ਦੀ ਸਾਂਝ, ਪਿਆਰ ਦੀ ਇਦਾਂ ਦਾ ਕੁਝ ਕਰੋ ਜਿਹਦੇ ਨਾਲ ਵੀ ਇਹ ਜਿਹੜੀ ਭਾਈਚਾਰਕ ਸਾਂਝ ਵੀ ਬਣੀ ਰਹੇ ਔਰ ਜਿਹੜਾ ਇਹ ਅੰਦੋਲਨ ਹੈ ਇਹਨੂੰ ਵੀ ਬਹੁਤ ਵੱਧ ਤੋਂ ਵੱਧ ਵੱਡਾ ਸਹਿਯੋਗ ਮਿਲੇ। ਜਿਹੜੇ ਮਨੂਵਾਦੀ ਸਰਕਾਰਾਂ ਇਹਨਾਂ ਨੂੰ ਠੱਲ ਪਵੇ, ਇਹਨਾਂ ਦੇ ਕੰਨਾਂ ਤੇ ਜੂੰ ਸਰ ਕੇ, ਕਿਉਂਕਿ ਉਹ ਦੇਖੋ ਉਹਨਾਂ ਨੂੰ ਤਾਂ ਫਿਕਰ ਨਹੀਂ, ਉਹ ਤਾਂ ਵਧੀਆ, ਉਹਨਾਂ ਨੂੰ ਕੋਈ ਧੁੱਪ ਛਾਂ ਦਾ ਕੋਈ ਫਰਕ ਨਹੀਂ। ਬੈਠੇ ਕੌਣ ਨੇ? ਉਹ ਲੋਕ ਬੈਠੇ ਆ ਉੱਥੇ ਜਾ ਕੇ ਜਿਹੜੇ ਦਿਨ ਰਾਤ ਖੇਤਾਂ 'ਚ ਕੰਮ ਕਰਦੇ ਆ, ਸੱਤਾਂ ਮਿਹਨਤ ਕੇ ਆਪਣੀਆਂ ਫਸਲਾਂ ਨੂੰ ਪਾਣੀ ਦਿੰਦੇ ਆ। ਉਹ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ, ਜਿਨ੍ਹਾਂ ਨੂੰ ਆਪਾਂ ਕਿਰਤੀ ਕਹਿੰਦੇ ਆ, ਦੇਖੋ ਉਹਨਾਂ ਨੂੰ ਫਿਕਰ ਹੈ, ਪਰ ਉਹਨਾਂ ਦੇ ਸਿਰ ਤੇ ਕੋਈ ਜਿਹੜੀ ਮਨੂਵਾਦੀ ਸਰਕਾਰਾਂ ਇਹਨਾਂ ਦੇ ਸਿਰ ਤੇ ਕੋਈ ਜੂੰ ਨਹੀਂ, ਇਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕਦੀ। ਉਹਨਾਂ ਨੇ ਕਦੇ ਹਜੇ ਤੱਕ ਵੀ ਆਹ ਦਾ ਨਾਰਾ ਕਿਸੇ ਨੇ ਮੈਨੂੰ ਮਾਰਿਆ ਹੋਊ। ਮੋਦੀ ਦੇ ਕੰਨ ਤੇ ਤਾਂ ਬਿਲਕੁਲ, ਜਿਹੜਾ 10 ਲੱਖ ਦਾ ਸੂਟ ਪਾਉਂਦਾ, ਮੈਨੂੰ ਦੱਸੋ ਵੀ ਉਹ ਚੱਪਲ ਪਾਉਣ ਵਾਲੇ ਨੰਗੇ ਪੈਰੀ ਖੇਤਾਂ ਵਿੱਚ ਘੁੰਮਣ ਵਾਲੇ ਕਿਸਾਨ ਦੀ ਗੱਲ ਮੰਨ ਲਓ। ਉਹ ਤਾਂ ਕਹਿੰਦਾ ਮੈਂ ਫਕੀਰ ਆ, ਝੋਲਾ ਲੈ ਕੇ ਚੱਲ ਜਾਣਾ, ਸਾਰਾ ਦੇਸ਼ ਵੇਚ ਗਿਆ, ਸਾਰਾ ਕੁਝ ਦੇਣਾ, ਸਾਰਾ ਕੁਝ ਉਹਨੇ ਖਤਮ ਕਰ ਦੇਣਾ, ਜਾਵੇ ਨਾ ਜਾਵੇ। ਮੇਰੀ ਗੱਲ ਸੁਣੋ, ਇਹ ਕੰਟਰੀ 'ਚ ਇਹੋ ਜਿਹੇ ਫਕੀਰ ਹੋਣ ਲੱਗ ਪਏ। ਮਸਜਿਦ ਆਜ਼ਾਦ ਹੋਈ ਸੀ, ਇਹ ਮੁੜ ਕੇ ਗੁਲਾਮ ਹੋ ਹੀ ਲਓ। ਬਿਲਕੁਲ ਇਹੋ ਜਿਹੇ ਫਕੀਰ ਹੋਏ ਵੀਰ ਜੀ। ਇੱਕ ਗੱਲ ਮੈਂ ਐਡ ਕਰ ਦਿਆਂ, ਮੇਰੀ ਗੱਲ ਸੁਣੋ ਜਰਾ। ਇਹ ਮੈਂ ਸੋਚਦਾ ਹੁੰਦਾ ਸੀ ਵੀ ਜਦੋਂ ਇਹ ਆਏ ਆ ਤੁਰਕ ਦੇ ਵਿੱਚੋਂ, ਇਹ ਬਾਬਰ ਬੂਬਰ ਦੇ ਟੱਬਰ ਉਹਦਾ ਜਿਹੜਾ ਉਹਨਾਂ ਨੇ ਆ ਕੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ, ਤੇ ਮੈਂ ਦਿਲ 'ਚ ਸੋਚਦਾ ਹੁੰਦਾ ਸੀਗਾ ਵੀ ਲੋਕਾਂ ਨੇ ਚੁੱਪ ਚਪੀਤੇ ਸਾਰਾ ਮੁਲਕ ਕਿੱਦਾਂ ਫੜਾਤਾ, ਵੀ ਏਦਾਂ ਕਿੱਦਾਂ ਹੋ ਗਈ। ਕਈ ਵਾਰੀ ਹੁਣ ਮੈਨੂੰ ਪਤਾ ਲੱਗ ਰਿਹਾ ਸਾਰੀਆਂ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਕਿ ਉਦੋਂ ਦੇ ਰਾਜਿਆਂ ਦੀਆਂ ਵੀ ਕਰਤੂਤਾਂ ਇਹ ਰਹੀਆਂ ਹੋਣਗੀਆਂ। ਮੈਂ ਇੱਥੇ ਐਡ ਕਰਦਾ, ਇੱਕ ਤੁਸੀਂ ਸੁਣਿਆ ਹੋਣਾ ਜੈ ਚੰਦ। ਜੈ ਚੰਦ ਦਾ ਨਾਂ ਅਕਸਰ ਲੈਂਦੇ ਹੁੰਦੇ ਆ। ਉਹ ਜਿਹੜਾ ਨਾ ਜੈ ਚੰਦ ਹਿੰਦੂ ਰਾਜਾ ਸੀਗਾ ਉਹ, ਜਿਹੜਾ ਆਪਣੇ ਮਹਿਮੂਦ ਗਜ਼ਨਵੀ ਨੇ ਇੰਡੀਆ ਦੇ ਉੱਪਰ 17 ਹਮਲੇ ਕੀਤੇ, ਉਹਨੂੰ ਸੱਦਾ ਦੇਣ ਵਾਲਾ ਜੈ ਚੰਦ ਸੀ ਜੀ। ਅੱਛਾ, ਖੁਦ ਬੁਲਾਇਆ ਨਾ ਉਹਨਾਂ ਨੇ। ਸੋਮਨਾਥ ਦਾ ਮੰਦਿਰ ਲਟਾਉਣ ਵਾਲੇ ਉੱਥੋਂ ਦੇ ਪੁਜਾਰੀ ਨੇ ਇਹਨੂੰ ਸੱਦਾ ਦਿੱਤਾ ਸੀ। ਦੱਸੋ ਜੀ, ਦੱਸ ਵੀ ਇੱਥੇ ਲੁੱਟ ਲਾ, ਵੀ ਜੇ ਤੇ 2 ਕੁਇੰਟਲ ਨਾ ਤੇ 5 ਕੁਇੰਟਲ ਮੈਨੂੰ ਦੇ ਦੀ। ਹੋਰ ਸੁਣ ਲਓ, ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਇਤਿਹਾਸਕ ਗੱਲ ਸ਼ੇਅਰ ਕਰਦਾ। ਮੁਗਲਿਆ ਹਕੂਮਤ ਦਾ ਜਿੰਨੇ ਵੀ ਕੈਬਨਿਟ ਮੰਤਰੀ ਸੀਗੇ, ਹਾਂਜੀ, ਕੈਬਨਿਟ ਮੰਤਰੀ ਸਾਰੇ ਹਿੰਦੂ ਔਰ ਬ੍ਰਾਹਮਣ ਸੀ। ਅੱਛਾ ਜੀ। ਬੀਰਬਲ ਕੌਣ ਸੀਗਾ? ਚੰਦੂ ਸ਼ਾਹ ਕੌਣ ਸੀ? ਰਾਜਾ ਮਾਨ ਸਿੰਘ ਕੌਣ ਸੀ? ਅਕਬਰ ਦੀ ਘਰਵਾਲੀ ਕੌਣ ਸੀ? ਜੋਧਾ ਬਾਈ। ਬਹਾਦਰ, ਹਾਂਜੀ, ਬਹਾਦਰ ਸ਼ਾਹ ਔਰੰਗਜ਼ੇਬ ਲੀਲਾਬਾਈ ਨਾਲ ਵਿਆਹਿਆ ਹੋਇਆ ਸੀ। ਬਿਲਕੁਲ ਹਿੰਦੂ। ਬਹਾਦਰ ਸ਼ਾਹ ਲੀਲਾਬਾਈ ਦਾ ਮੁੰਡਾ ਸੀ, ਜਿਹੜਾ ਅਗਲਾ ਇੰਡੀਆ ਦਾ ਬਾਦਸ਼ਾਹ ਬਣਿਆ। ਹੁਣ ਤੁਸੀਂ ਦੇਖੋ ਵੀ ਜਦੋਂ ਗੋਰਿਆਂ ਨੂੰ ਵੀ ਲਿਆਏ ਤਾਂ ਗੋਰਿਆਂ ਨੂੰ ਅਸਲ 'ਚ ਲਿਆਉਣ ਵਾਲਾ ਕੌਣ ਸੀ? ਇਸ ਕਰਕੇ ਹੁਣ ਇੱਕ ਹੋਰ ਗੱਲ ਸੁਣ ਲਓ, ਗੁਰੂ ਸਾਹਿਬ ਨੇ 14 ਜੰਗ ਲੜੇ। 14 ਜੰਗਾਂ ਦੇ ਵਿੱਚੋਂ 12 ਜੰਗ ਸਟਰੇਟ ਹਿੰਦੂ ਰਾਜਿਆਂ ਨਾਲ ਲੜਨੇ ਪਏ, ਰਾਜਪੂਤ ਹਿੰਦੂ ਰਾਜਿਆਂ ਦੇ ਨਾਲ। ਸਿਰਫ 2 ਜੰਗ ਜਿਹੜੇ ਆ, ਮੁਕਤਸਰ ਦਾ ਜੰਗ, ਠੀਕ ਨਹੀਂ, ਉਹ ਗੁਰੂ ਸਾਹਿਬ ਨੇ ਆਪ ਲੜਿਆ, ਉਦੋਂ ਵੀ ਇਹ ਪਿੱਛੇ ਹਟ ਗਏ। ਬਿਲਕੁਲ। ਬਾਕੀ ਜਿੰਨੇ ਵੀ ਜੰਗ ਸਾਰੇ ਆ, ਉਹ ਇਹਨਾਂ ਨੇ ਗੁਰੂ ਸਾਹਿਬ ਦੇ ਉੱਪਰ ਹਮਲੇ ਕੀਤੇ ਆ। ਉਹ ਵੀ ਔਰੰਗਜ਼ੇਬ ਨੂੰ ਗਲਤ ਇਨਫੋਰਮੇਸ਼ਨ ਦੇ ਕੇ, ਜਦੋਂ ਔਰੰਗਜ਼ੇਬ ਨੇ ਜ਼ਫਰਨਾਮਾ ਪੜਿਆ ਤਾਂ ਹੀ ਉਹ ਤਾਂ ਪਛਤਾਵੇ ਨਾਲ ਮਰ ਗਿਆ, ਉਹ ਕਿ ਮੈਨੂੰ ਜਾਣਕਾਰੀ ਗਲਤ ਦਿੱਤੀ ਗਈ ਆ। ਇੰਦਰਜੀਤ ਭਾਜੀ, ਗੁਰੂ ਸਾਹਿਬ ਨੂੰ ਬਦਾਵਾ ਦੇਣ ਵਾਲੇ ਮਹਾ ਸਿੰਘ ਬਰਾੜ ਆੜਗੇ ਉਸ ਟਾਈਮ ਤਾਂ ਉਹ ਵੀ ਦੌੜ ਗਏ ਸੀ। ਉਹਨਾਂ ਨੇ ਚਲੋ ਵਿੱਚ ਹੁੰਦੇ ਆ ਇਹੋ ਜਿਹੇ, ਉਹ ਬੰਦੇ ਡਰਪੋਕ ਤੇ ਕਾਇਰ ਹੁੰਦੇ ਆ,
ਮੈਂ ਗੱਲ ਕੀਤੀ 26 ਦੀ ਤਾਈਓ ਇਸੇ ਲਈ ਵਿੱਚੋਂ ਹੁੰਦੇ ਆ ਬੰਦੇ ਹੁੰਦੇ ਹੀ ਆ। ਉਹ ਕਦੀ ਗੱਲ ਛੱਡੋ, ਪਰ ਸੋਚਣ ਵਾਲੀ ਗੱਲ ਇਹ ਆ ਵੀ ਜਿਨ੍ਹਾਂ ਨੂੰ ਪੀਤੇ ਭਾਜੀ ਗੁਰੂ ਹਰਗੋਬਿੰਦ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਛੁਡਵਾਇਆ, ਜਹਾਂਗੀਰ ਦੀ ਕੈਦ ਚੋਂ ਬਾਹਰ ਕਢਵਾਇਆ, ਉਹਨਾਂ ਦੇ ਹੀ ਪੁੱਤ ਪੋਤਰਿਆਂ ਨੇ ਗੁਰੂ ਗੋਬਿੰਦ ਸਿੰਘ ਦੇ ਉੱਪਰ ਹਮਲੇ ਕੀਤੇ ਜੀ। ਅਹਿਸਾਨ ਫਰਮੋਸ਼ ਲੋਕ ਹੋਏ ਨਾ ਜੀ, ਉਹ ਫਿਰ ਗਦਾਰ ਲੋਕ ਸੀਗੇ ਨਾ, ਗਦਾਰ ਸੀ। ਤੇ ਅੱਜ ਜਦੋਂ ਅਸੈਂਬਲੀ ਦੇ ਵਿੱਚ ਚਲੋ ਸਿਮਰਤ ਕੌਰ ਬਾਦਲ ਕਿਸਾਨਾਂ ਦੀ ਜੁੱਤੀ ਤੋਂ ਡਰਦੀ ਹੋਈ ਸੱਚ ਬੋਲੀ, ਪਰ ਜਦੋਂ ਟਾਈਮ ਸੀ ਉਦੋਂ ਨਹੀਂ ਬੋਲੀ, ਪਰ ਅਖੀਰ ਨੂੰ ਬੋਲੀ ਆ। ਪਰ ਉਹਦੀ ਇੱਕ ਵਿਰੋਧਤਾ ਕਰਨ ਵਾਲੀ ਲੇਡੀ ਉੱਥੇ ਬੋਲੀ ਵਿੱਚ ਅਸੈਂਬਲੀ 'ਚ, ਕਹਿੰਦੀ ਗੁਰੂ ਤੇਗ ਬਹਾਦਰ ਜੀ ਤਾਂ ਸਾਡੇ ਸੀ। ਦੱਸੋ, ਪਰ ਜੇ ਗੁਰੂ ਤੇਗ ਬਹਾਦਰ ਜੀ ਤੁਹਾਡੇ ਸੀ ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਗੱਲ ਪੁਆਇੰਟ ਸਮਝਿਓ ਇੱਥੇ, ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਸੈਂਟਰ ਵਿੱਚ ਮੁਗਲਾਂ ਦਾ ਰਾਜ ਆ, ਪਰ ਜਿਹੜੇ ਸੂਬੇ ਆ, ਜਿਹੜੀਆਂ ਰਿਆਸਤਾਂ ਉੱਥੇ ਸਾਰੇ ਹਿੰਦੂਆਂ ਦਾ ਰਾਜ ਆ, ਤੇ ਹਿੰਦੂ ਰਾਜਿਆਂ ਨੇ ਬਗਾਵਤ ਕਿਉਂ ਨਹੀਂ ਕੀਤੀ? ਸਾਡੇ ਗੁਰੂ ਨੂੰ ਸ਼ਹੀਦ ਕਿਉਂ ਕੀਤਾ ਬਈ? ਬਿਲਕੁਲ ਬਿਲਕੁਲ, ਇੱਕ ਵੀ ਨਹੀਂ ਬੋਲਿਆ, ਇੱਕ ਨੇ ਵੀ ਨਹੀਂ ਬਗਾਵਤ ਕੀਤੀ। ਉਲਟਾ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਜ਼ੋਰ ਪਾ ਰਹੇ ਕਿ ਅਨੰਦਪੁਰ ਸਾਹਿਬ ਕਿਲਾ ਛੱਡ ਕੇ ਚੱਲ ਜਾ ਜੀ। ਇਸ ਕਰਕੇ ਇਹਨਾਂ ਦਾ ਯਕੀਨ ਨਹੀਂ ਹੈਗਾ। ਉਹ ਭਾਜੀ ਆਪਣੇ ਹਰਭਜਨ ਸਿੰਘ ਸੀ, ਉਹਨਾਂ ਦੀ ਗੱਲ ਸਹੀ ਆ ਵੀ ਹੁਣ ਪਤਾ ਲੱਗਦਾ ਇਹਨਾਂ ਦੀ ਅਸਲੀਅਤ ਕੀ ਆ। ਮੈਂ ਤਾਂ ਕਹਿੰਦਾ ਅੰਦੋਲਨ ਨੇ ਬਹੁਤ ਸਾਰੇ ਗੱਲਾਂ ਤੋਂ ਪਰਦੇ ਚੱਕ ਦਿੱਤੇ ਜੀ, ਚੱਕਦੇ ਬੜੀਆਂ ਗੱਲਾਂ ਤੋਂ। ਆਰਐਸਐਸ ਦਾ ਇਹ ਜਿਹੜਾ ਅਸਲੀ ਰੂਪ ਉੱਭਰ ਕੇ ਸਾਹਮਣੇ ਆ ਗਿਆ ਜੀ। ਔਰ ਲੋਕਾਂ ਨੂੰ ਧਰਮ ਦੇ ਆਧਾਰ ਤੇ, ਮਜ਼ਹਬ ਤੇ ਜਾਤਾਂ 'ਚ ਫਸਾ ਕੇ ਲੜਾਉਂਦੇ ਆ ਰਹੇ ਸੀ ਨਾ, ਇਸ ਅੰਦੋਲਨ ਨੇ ਉਹ ਚੀਜ਼ ਸਾਰੀ ਖਤਮ ਕਰ ਦਿੱਤੀ। ਸਾਰਿਆਂ ਨੂੰ ਲਿਆ ਕੇ ਇੱਕ ਪਲੇਟਫਾਰਮ ਤੇ ਬਿਠਾ ਦਿੱਤਾ। ਕਿਹਨੇ ਪੜ੍ਹਨਾ ਸੀ ਛੋਟੂ ਰਾਮ ਨੂੰ? ਦੱਸੋ ਮੈਨੂੰ ਪਹਿਲਾਂ, ਛੋਟੂ ਰਾਮ ਨੂੰ ਪੜ੍ਹਨਾ ਸੀ? ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਉਹ ਕਹਿੰਦੇ ਹੁੰਦੇ ਨੇ ਵੀ ਕੁੱਕੜ ਨੇ ਖੇ ਅੜਾਈ ਤਾਂ ਆਪਣੇ ਸਿਰ 'ਚ ਪਾਈ। ਇਹਨਾਂ ਨੇ ਆਪਣੇ ਆਪ ਹੀ ਬੇਇੱਜ਼ਤੀ ਇੰਨੀ ਕਰਵਾ ਲਈ ਵਰਲਡ ਲੈਵਲ ਤੇ। ਬਿਲਕੁਲ, ਦੁਨੀਆ ਥੂ ਕਰਦੀ ਆ ਇਹਨਾਂ ਦੇ ਉੱਤੇ, ਹੁਣ ਕਰੂਗੀ। ਇਹ ਇਤਿਹਾਸ ਲਿਖਿਆ ਜਾਊਗਾ ਇੱਕ ਦਿਨ, ਪਰ ਇਹ ਆ ਵੀ ਇਹ ਅੰਦੋਲਨ ਬੜਾ ਲੰਬਾ ਚੱਲੂ। ਪੀਤੇ ਭਾਜੀ ਨੇ ਗੱਲ ਕੀਤੀ ਸੀ ਵੀ ਅੰਦੋਲਨ ਉਹ ਹਿੰਸਾਤਮਕ ਬਣਾਉਣਾ ਚਾਹੁੰਦੇ ਆ, ਵਾਇਲੇਸ਼ਨ ਕਰਨੀ ਚਾਹੁੰਦੇ ਆ, ਟ੍ਰੈਪ ਸੁੱਟਣੇ ਉਹਨੀ ਬਾਰ-ਬਾਰ। ਪਰ ਜਿੰਨਾ ਇਹਨੂੰ ਵੱਧ ਤੋਂ ਵੱਧ ਜਾਬਤੇ 'ਚ ਰਹਿ ਕੇ ਸ਼ਾਂਤੀਪੂਰਵਕ ਰਹਿ ਕੇ ਲੜਿਆ ਜਾਊਗਾ, ਉਨਾ ਹੀ ਇਹ ਅੰਦੋਲਨ ਵਧੀਆ ਰਹੂਗਾ। ਪਰ ਉਹਨੇ ਰਹਿਣ ਨਹੀਂ ਦੇਣਾ, ਉਦਾਂ ਦੁਸ਼ਮਣ ਨੇ ਰਹਿਣ ਨਹੀਂ ਦੇਣਾ ਸ਼ਾਂਤੀਪੂਰਵਕ। ਬਿਲਕੁਲ ਬਿਲਕੁਲ। ਸੋਸ਼ਲ ਮੀਡੀਆ ਤੇ ਜੰਗ ਪੂਰੀ ਚੱਲ ਰਹੀ ਹੈ, ਆਪਸ ਜੀ ਲੜਾ ਰਿਹਾ। ਜਾਂ ਤਾਂ ਸਰਕਾਰ ਨਾਲ, ਅੱਗੇ ਸਰਕਾਰ ਦੇ ਖਿਲਾਫ ਪੋਸਟਾਂ ਪੈਂਦੀਆਂ, ਹੁਣ ਇੱਕ ਦੂਜੇ ਦੇ ਪੈਂਦੀਆਂ। ਰਾਜੇਵਾਲ ਦਾ ਸਬੂਤ ਆ, ਦੂਜੇ ਦਾ ਸਬੂਤ ਆ। ਯਾਰ ਕੱਢ ਲਿਓ ਯਾਰ, ਬਾਅਦ 'ਚ ਕੱਢ ਲਿਓ। ਉਹ ਸਾਡੇ ਲੋਕ ਵੀ ਮੂਰਖ ਆ, ਸਾਡੇ ਲੋਕ ਵੀ ਬੇਵਕੂਫ ਬੰਦੇ ਆ ਜਿਹੜੇ ਆਪਸ ਵਿੱਚ ਇੱਕ ਦੂਜੇ ਨੂੰ ਤਪਸਾ ਕੇ ਬੈਠੇ ਆ। ਉਹ ਇਹਨਾਂ ਨੂੰ ਉਦੋਂ ਵੀ ਮੈਂ ਤਾਂ ਆਪਣੇ ਭਜਨ ਭਾਈ ਨੇ ਗੱਲ ਕੀਤੀ ਸੀ, ਬੇਨਤੀ ਕੀਤੀ ਸੀ ਵੀ ਸਾਨੂੰ ਇਹ ਦੱਸੋ, ਮੀਡੀਆ ਜਿਹੜੇ ਸੋਸ਼ਲ ਮੀਡੀਆ 'ਚ ਖੌਰੂ ਨਹੀਂ ਪੱਟਿਆ ਆ, ਯੂਪੀ ਵਾਲੇ, ਹਰਿਆਣੇ ਵਾਲੇ, ਰਾਜਸਥਾਨ ਵਾਲੇ, ਮੱਧ ਪ੍ਰਦੇਸ਼ ਵਾਲੇ, ਕੀ ਉਹ ਆਪਸ ਵਿੱਚ ਲੜ ਰਹੇ ਜਿੱਦਾਂ ਸਾਡੇ ਲੜ ਰਹੇ ਆ? ਬਿਲਕੁਲ ਨਹੀਂ ਲੜਦੇ। ਉਹ ਨਹੀਂ ਲੜਦੇ ਨਾ, ਨਹੀਂ ਲੜਦੇ। ਉਹਨਾਂ ਨੇ ਆਪਾਂ ਸ਼ੁਰੂ ਕੀਤਾ। ਹਰਿਆਣੇ ਬੰਦੇ ਦੀ ਕਾਲ ਦੇ ਉੱਤੇ ਜਹਾਜ਼ ਨਹੀਂ ਥੱਲੇ ਉਤਰਨ ਦਿੰਦੇ, ਉਹ ਇੰਨੀ ਲੋਕ ਇਕੱਠੇ ਹੁੰਦੇ ਆ। ਹਾਂ, ਇਹ ਸਾਡੇ ਲੋਕਾਂ ਨੂੰ ਜਿਹੜਾ ਅੱਜ ਜੁੰਡੋ-ਜੁੰਡੀ ਹੋ ਗਿਆ, ਸਿਰ 'ਚ ਸਵਾਹ ਪਾ ਰਿਹਾ, ਖੇਹ ਪਾ ਰਿਹਾ, ਅਖੀਰ ਨੂੰ ਉਹ ਅੰਦੋਲਨ ਸ਼ੁਰੂ ਕਰਨ ਵਾਲੇ ਆਪਾਂ। ਏਡਾ ਵੱਡਾ ਅੰਦੋਲਨ ਦੀ ਸ਼ੁਰੂਆਤ ਕੀਤੀ ਆ ਪਤੰਦਰੋਂ। ਹੁਣ ਤਾਂ ਸਾਡੇ ਗਾਂ 'ਚ ਦੁਨੀਆ ਮੰਨ ਗਈ। ਮੈਂ ਅੱਗੇ ਇੱਕ ਦਿਨ ਪੋਸਟ ਪਾਈ ਸੀਗੀ ਵੀ ਹੁਣ ਤੱਕ ਸਾਨੂੰ ਸਾਡੇ ਪ੍ਰਚਾਰਕਾਂ ਨੇ, ਚਾਹੇ ਟਕਸਾਲੀ ਪ੍ਰਚਾਰਕ ਜਾਂ ਮਿਸ਼ਨਰੀ, ਉਹਨਾਂ ਨੇ ਗੁਰਦੁਆਰਿਆਂ ਦੀ ਚਾਰ ਦੀਵਾਰੀ 'ਚ ਸਾਨੂੰ ਏਦਾਂ ਉਲਝਾਇਆ। ਉਹ ਕੌੜ ਕਬੱਡੀ ਏਦਾਂ ਖੜਾਈ ਆ, ਉੱਥੇ ਕਿ ਸਾਨੂੰ ਰੱਖਿਆ। ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦਿੱਤਾ ਗਰਾਊਂਡ ਤੇ। ਅੱਜ ਬਾਬੇ ਨਾਨਕ, ਬਾਬੇ ਰਵਿਦਾਸ ਜੀ ਹੁਣਾਂ ਵਾਲਾ ਗਰਾਊਂਡ ਦਾ ਪ੍ਰਚਾਰ ਇਸ ਅੰਦੋਲਨ ਨੇ ਕੀਤਾ। ਇਸ ਅੰਦੋਲਨ ਨੇ ਕੀਤਾ, ਦੁਨੀਆ ਮੰਨ ਗਈ ਇਸ ਚੀਜ਼ ਨੂੰ। ਹੁਣ ਸਾਡੇ ਹਾਰ ਪੈਣ ਦਾ ਟਾਈਮ ਆ ਰਿਹਾ, ਤਗਮੇ ਮੈਡਲ ਪੈਣ ਦਾ ਟਾਈਮ ਆ ਰਿਹਾ, ਤੇ ਜਦੋਂ ਅਸੀਂ ਜੁੰਡੋ-ਜੁੰਡੀ ਹੋ ਕੇ ਬਹਿ ਗਏ ਆਪਣੇ ਆਪਸ ਵਿੱਚ। ਬੰਦੇ ਭਾਜੀ ਦੇਖੋ ਗੱਲਾਂ ਕਰ ਰਹੇ ਆ। ਥੋੜੀ ਜਿਹੀ ਬਤਾ ਦਿਆਂ, ਇਹ ਜਿਹੜਾ ਸੰਘੂ ਬਾਰਡਰ ਵਾਲਾ ਮੋਰਚਾ ਲੱਗਾ ਨਾ, ਹਾਂਜੀ, ਇਹ ਕਿਸੇ ਨੂੰ ਨਹੀਂ ਪਤਾ ਵੀ ਇਸ ਜਗ੍ਹਾ ਤੇ ਲੱਗਣਾ। ਸਭ ਤੋਂ ਪਹਿਲਾਂ ਸਵੇਰ ਨੂੰ ਤੜਕੇ ਇਹੀ 4 ਵਜੇ ਪੀਤਾ, ਮੈਂ ਤੇ ਤਿਆਰੀ ਬਿਹਾਰੀਪੁਰੀ ਆ ਤੇ ਨਾਲ ਸਰਪੰਚ ਇਹਨਾਂ ਦੇ ਪਿੰਡ ਦਾ ਪੀਤੇ ਹੋਣਾ ਦੇ। ਅਸੀਂ ਉੱਥੇ ਪਹੁੰਚੇ ਤਾਂ ਪੁਲਿਸ ਵਾਲੇ 8-10 ਜਣੇ ਬੈਠੇ ਸੀ। ਉਹਨਾਂ ਦੇ ਵਿੱਚੋਂ ਉਹ ਪੁਲਿਸ ਵਾਲੇ ਜਦੋਂ ਸਾਡੇ ਵੱਲੋਂ ਭੱਜੇ ਤਾਂ ਅਸੀਂ ਗੱਡੀ ਬੈਕ ਭਜਾਈ ਉੱਥੋਂ।
ਮੁੜ ਕੇ ਵੀ ਇੰਤਜ਼ਾਰ ਕੀਤਾ, ਪਿੱਛੇ ਆ ਕੇ ਟਰਾਲੀਆਂ ਖੜੀਆਂ ਸੀ 2 ਪੈਟਰੋਲ ਪੰਪ ਦੇ ਕੋਲ, ਉੱਥੇ ਆ ਕੇ ਅਸੀਂ ਇੰਤਜ਼ਾਰ ਕੀਤਾ ਜੀ। ਹੋਰ ਟਰਾਲੀਆਂ ਇਕੱਠੀਆਂ ਹੋਈਆਂ ਤੇ ਫਿਰ ਅਸੀਂ 9 9:30 ਵਜੇ ਦੁਬਾਰਾ ਗਏ ਉੱਥੇ ਤੇ ਪਹਿਲੇ ਧੂਏ ਵਾਲੇ ਬੰਬ ਸਾਡੇ ਉੱਤੇ ਡਿੱਗੇ ਆ। ਇਹ ਪੀਤਾ ਵੀ ਉੱਥੇ ਮੈਂ ਤੇ ਮੇਰੇ ਵਾਲੀ ਕਾਰ ਬਿਲਕੁਲ ਉਹਨਾਂ ਦੇ ਮੁੱਢ ਲੱਗਾ ਸੀ ਪੁਲਿਸ ਵਾਲਿਆਂ ਦੇ, ਮੇਰੀ ਕਾਰ ਮੈਂ ਵੀਡੀਓ ਦੇਖੀਆਂ ਹੋ। ਬਿਲਕੁਲ ਮੈਂ ਗੱਲ ਕਰਦਾ, ਉੱਥੇ ਟਰੈਕਟਰ ਖੜਾ ਇੱਕ, ਮੈਂ ਸਟੇਜ ਤੇ ਗਿਆ ਇੱਕ ਦਿਨ, ਮੇਰੇ ਕੋਲ ਕਾਰਡ ਜਿਹਾ ਵਲੰਟੀਅਰ ਹੈਗਾ, ਮੈਂ ਗਿਆ, ਮੈਂ ਕਿਹਾ ਚੱਲ ਦੇਖ ਕੇ ਆਉਨੇ ਆ। ਮੈਂ ਗਿਆ ਤੇ ਲੋਕੀ ਆਏ ਆ, ਸ਼ਾਇਦ ਮੇਰੇ ਹਿਸਾਬ ਨਾਲ ਉੱਤਰਾਖੰਡ ਦੇ ਹੋਣਗੇ। ਉਹ ਇੱਕ ਬੰਦਾ ਤੁਹਾਨੂੰ ਦੱਸ ਰਿਹਾ ਵੀ ਆਹ ਟਰੈਕਟਰ ਆ ਜਿਹਨੇ ਬੈਰੀਕੇਡ ਤੋੜ ਕੇ ਆਇਆ। ਮਾਨਸਿਕਤਾ ਦੀ ਮੈਂ ਗੱਲ ਕਰਦਾ ਆਪਣੇ ਲੋਕਾਂ ਦੀ, ਵੀ ਆਹ ਟਰੈਕਟਰ ਆ ਇਹਨੇ ਬੈਰੀਕੇਡ ਤੋੜੇ ਆ, ਸਾਰਾ ਕੁਝ ਸਭ ਤੋਂ ਪਹਿਲੋਂ ਪਹੁੰਚਿਆ। ਮੈਂ ਉੱਥੇ ਖੜਾ ਨਾਲ ਆ, ਕਿਉਂਕਿ ਆਪਣੇ ਕੋਲ ਨਹੀਂ ਇਹ ਚੀਜ਼ ਹੁੰਦੀ। ਮੈਂ ਕਿਹਾ ਜੀ ਇਹ ਗੱਲ ਗਲਤ ਆ, ਪਹਿਲੋਂ ਮੈਂ ਕਿਹਾ ਅਸੀਂ ਆਏ ਆ, ਸਾਨੂੰ ਪਤਾ ਟਰੈਕਟਰ ਕਿਹੜਾ ਆਇਆ। ਇਹ ਮੈਂ ਕਿਹਾ ਟਰੈਕਟਰ ਆਇਆ ਬਾਅਦ ਚ, ਇਹ ਟਰੈਕਟਰ ਜਿਹੜੇ ਚਾਹ ਬਣਾਈ ਜਿਹਨਾਂ ਨੇ ਟਰਾਲੀ ਚੋਂ ਉਤਰ ਕੇ ਚਾਹ ਬਣਾਈ ਉਹਨਾਂ ਨੇ, ਉਹ ਟਰੈਕਟਰ ਆਇਆ। ਇਹ ਟਰੈਕਟਰ ਜੌਨ ਡੀਅਰ। ਮੈਂ ਕਿਹਾ ਇੱਥੇ ਲੱਗੀ ਸਟੇਜ, ਸਿਰਫ ਹਫਤਾ ਸਟੇਜ ਲੱਗੀ ਰਹੀ ਹੈ, ਟਰਾਲੀ ਮੂਹਰੇ ਲਾਤੀ, ਇਸ ਲਈ ਇਹੋ ਹੋ ਗਿਆ ਵੀ ਟਰੈਕਟਰ ਲੱਗਿਆ। ਮੈਂ ਸਭ ਤੋਂ ਪਹਿਲੋਂ ਗੱਡੀ ਆਈ ਯਾਰ ਭਜਨ ਸਿੰਘ ਕਪੂਰਥਲੇ ਵਾਲੇ ਦੀ, ਮੈਂ ਕਿਹਾ ਅੱਗੇ ਮੇਰੀ ਗੱਡੀ ਸਭ ਤੋਂ ਮੋਹਰੇ ਪੁਲਿਸ ਵਾਲਿਆਂ ਦੇ ਮੁੱਢ। ਉਹ 2 ਦਿਨ ਖੜੇ ਦੇਖ ਲਾ, ਮੈਂ ਕਿਹਾ ਖਿਚਾ ਲਓ ਫੋਟੋ ਖਿਚਾਉਣੀ ਦੇ, ਉਹ ਖਿਚਾਈ ਨਹੀਂ ਉਹਨਾਂ ਨੇ। ਉਹ ਕਹਿੰਦੇ ਨਹੀਂ ਟਰੈਕਟਰਾਂ ਨਾਲ ਕੀ ਖਿਚਾਉਣੀ। ਫਿਰ ਮੈਂ ਕਿਹਾ ਜਿਹੜਾ ਦੱਸਣ ਡਿਆ ਸਿਆਣਾ ਬੈਣਾ, ਮੈਂ ਕਿਹਾ ਤੂੰ ਫੋਟੋ ਕਰਾਉਣ ਡਿਆ ਯਾਰ ਨਾਲ, ਮੈਂ ਕਿਹਾ ਟਰੈਕਟਰ ਨਾਲ, ਮੈਂ ਕਿਹਾ ਫੋਟੋਆਂ ਕਰਾਉਣ ਡਿਆ ਨਾਲੇ, ਇੱਚੋ ਮੈਂ ਕਿਹਾ ਕੀ ਦੱਸਣਾ ਚਾਹੋਗੇ। ਮਾਨਸਿਕਤਾ ਨਾ ਮੈਂ ਕਿਹਾ ਆਪਣੀ ਦਿਖਾਓ ਬਾਹਰਲੀਆਂ ਸਟੇਟਾਂ ਵਾਲਿਆਂ ਨੂੰ। ਉੱਥੇ ਇੰਦਰਜੀਤ ਸਿੰਘ ਜੀ ਸੜਕ ਬਿਲਕੁਲ ਖਾਲੀ ਸੁੰਨਮਸਾਨ ਪਈ ਸੀ, ਪੁਲਿਸ ਵਾਲੇ ਸੀਗੇ 8-10 ਜਣੇ ਬੈਠੇ ਪੁਲ ਜਿੱਥੇ ਜਾ ਕੇ ਖਾਦਾ ਇਹ ਸੰਧੂਪੁਰ ਚ। ਸਭ ਤੋਂ ਪਹਿਲੇ ਪਹੁੰਚਣ ਵਾਲੇ ਲੱਖੇ ਸਧਾਣੇ ਨੂੰ ਇਹ ਫੋਨ ਕਰਦੇ ਉੱਥੇ ਪਹੁੰਚੇ। ਬਾਅਦ ਚ ਆਇਆ, ਥੋੜਾ ਜਿਹਾ ਲੇਟ ਸੀਗੇ ਪਿੱਛੇ ਹੀ। ਮੈਂ ਉਹੀ ਗੱਲ ਕਰਦਾ, TDI ਮਾਲ ਜਦੋਂ ਨਾ ਖਲਾਇਆ ਰਾਤ ਨੂੰ, ਬਾਹਰ ਪਏ ਸੀ ਥੋੜੇ ਜਿਹੇ, ਹੈਗਾ ਵੀ ਅੰਦਰ ਪੈ ਲੈਂਦੇ ਬੰਦੇ, ਬਾਹਰ ਪਏ ਆ ਕੋਈ 2-3 ਤਰੀਕ ਦੇ ਏੜ-ਗੇੜ, 1-2 ਤਰੀਕ ਦੇ ਏੜ-ਗੇੜ ਗੱਲ ਹੋਣੀ ਆ। ਉਹਨਾਂ ਨੇ ਖੋਲ ਦਿੱਤਾ, ਕਹਿੰਦੇ ਸਿਰਫ ਪੰਜਾਬੀ ਆਉਣ, ਹਰਿਆਣੇ ਵਾਲੇ ਕਹਿੰਦਾ ਇਹੀ ਹੁੰਦੇ, ਅਸੀਂ ਨਹੀਂ ਖੋਲਣਾ, ਕਹਿੰਦਾ ਪੰਜਾਬੀ ਜਿੱਦਾਂ ਮਰਜੀ ਕਹਿੰਦਾ ਸੌਣ। ਲੋਕ ਅਸਲੀਅਤ ਗੱਲ ਆ। ਮੈਂ ਪੱਗ ਬੰਨੀ, ਮੈਂ ਉੱਥੇ ਬੈਠੇ ਨਾਲ ਇਧਰੋਂ ਆਏ ਸੀਗੇ ਸ਼ਾਇਦ ਦਿੱਲੀ ਦੀ, ਜੇ ਪਤਾ ਨਹੀਂ ਕੁੜੀਆਂ ਬੈਠੀਆਂ ਸੀ, ਅਸੀਂ ਵੀ ਬੈਠੇ TDI ਮਾਲ। ਉਹ ਗੱਲਾਂ ਆਪਸੇ ਜਿੱਦਾਂ ਏਦਾਂ ਕਰਨ ਵੀ, ਕਹਿੰਦੀ ਇਹਨਾਂ ਪੱਗ ਵਾਲਿਆਂ ਨਾਲ ਕਹਿੰਦੀ ਵਿਆਹ ਕਰਾਉਣਾ ਅਸੀਂ, ਬੱਲੇ ਬੱਲੇ ਵੀ ਅਸੀਂ ਕਰਾਉਣਾ ਮੰਗਦੇ ਆ ਵੀ ਇਹਨਾਂ ਪੱਗ ਵਾਲਿਆਂ ਨਾਲ। ਇੰਦਰਜੀਤ ਭਾਈ ਨੂੰ ਇਜਾਜ਼ਤ ਦਿਓ, ਮੈਂ ਮਾਤਾ ਨੂੰ ਦਵਾਈ ਦੇਣੀ ਹੈ। ਤੇ ਧੰਨਵਾਦ ਤੁਹਾਡਾ ਨਾਲ ਜੁੜਨ ਦਾ, ਸ਼ੁਕਰੀਆ ਭਾਜੀ ਉਹਨਾਂ ਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਫਿਰ ਇਹੀ ਬੇਨਤੀ ਆ ਕਿ ਇਕਜੁੱਟ ਹੋ ਕੇ, ਮੇਰੇ ਵੀਰ ਤੁਸੀਂ ਬੜੇ ਆ, ਮੈਨੂੰ ਸਿਆਣੇ ਆ, ਇਕਜੁੱਟ ਹੋ ਕੇ। ਹੁਣ ਇਦਾਂ ਆ ਬਈ, ਹੁਣ ਬਿੱਟੂ ਭਾਜੀ ਇੱਕ ਮੈਂ ਤੁਹਾਨੂੰ ਜਾਣ ਲੱਗੇ ਨੂੰ ਬੇਨਤੀ ਕਰ ਦਵਾਂ ਵੀ ਤੁਹਾਡੇ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕ ਦੇ ਵਿੱਚ 3-4 ਬੜੇ ਤਕੜੇ ਤੁਸੀਂ ਗਾਣੇ ਰਿਲੀਜ਼ ਕੀਤੇ ਆ, ਹੁਣ 2-4 ਹੋਰ ਕੱਢ ਦਿਓ, ਇੱਕ ਵਾਲੇ ਇਕੱਠੇ ਹੋਣ ਵਾਲੇ। ਇੱਕ ਮੈਂ ਗੋਦੀ ਮੀਡੀਆ ਤੇ ਲਿਖਿਆ, ਉਹ ਗੀਤ ਅਗਲੇ ਵੀਕ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਥੋੜਾ ਕਾਫੀ ਵਾਲੇ ਕਰਮ ਕਰ ਰਹੇ ਮੜ ਜਾ, ਉਹਨਾਂ ਦਾ ਰੋਲ ਕੀ ਰਿਹਾ ਉਹਦੇ ਉੱਤੇ ਮੈਂ ਲਿਖਿਆ ਸੀ। ਤੇ ਗਰਮ ਕਰ ਦੇਣਾ। ਕਿਸਾਨੀ ਮੁੱਦੇ ਤੇ 9 ਗੀਤ ਰਿਲੀਜ਼ ਹੋਏ ਆ, ਬਹੁਤ ਤਕੜੇ ਗਾਣੇ। ਬਿਲਕੁਲ, ਤੇ ਉਹ 10 ਗੀਤ 10ਵਾਂ ਗੀਤ ਹੋਊਗਾ। ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ 1-2 ਗੀਤ ਹੋਰ ਇਦਾਂ ਦੇ ਠੋਕਵੇਂ ਜਾਏ, ਵਧੀਆ ਢੰਗ ਨਾਲ ਲਿਆਈਏ। ਤੇ ਇੱਕ ਦੇਖੋ, ਸਾਡੀ ਤਾਂ ਇੱਕ ਜੋਦੜੀ ਬੇਨਤੀ ਆ, ਸਾਡੇ ਸਾਰਾ ਪਰਿਵਾਰ ਪਿੰਡ ਜਿਹੜਾ ਪੰਜਾਬ ਆ, ਹਰਿਆਣਾ ਸਾਡਾ ਪਰਿਵਾਰ ਆ ਜੀ। ਮੇਰੀ ਸੋਚ ਇਹ ਕਹਿੰਦੀ ਆ ਕਿ ਅਸੀਂ ਇੱਕ ਹੋ ਕੇ ਚੱਲੀਏ, ਇੱਕ ਦੂਜੇ ਦਾ ਹੱਥ ਫੜ ਕੇ ਚੱਲੀਏ, ਇੱਕ ਦੂਜੇ ਦੇ ਗਲ ਚ ਬਾਹ ਪਾ ਕੇ ਤੁਰੀਏ ਵੀ ਆ ਚੱਲੀਏ ਭਰਾਵਾ। ਚੱਲ ਬਿਲਕੁਲ ਬਿਲਕੁਲ। ਇਹ ਸਮਾਂ ਸਾਨੂੰ ਲਿਆਉਣਾ ਪੈਣਾ, ਹਰ ਹਾਲਤ ਵਿੱਚ ਲਿਆਉਣਾ ਪੈਣਾ ਜੀ ਜੀ ਜੀ। ਸੋ ਮੇਰੀ ਫੇਰ ਤੁਹਾਡੇ ਸਾਰਿਆਂ ਦੇ ਅੱਗੇ ਇਹੀ ਤੁਹਾਡੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ, ਚੈਨਲ ਨੂੰ ਵੀ, ਇੰਦਰਜੀਤ ਭਾਜੀ ਨੂੰ, ਪੀਤੀ ਭਾਜੀ ਨੂੰ, ਤੁਹਾਨੂੰ ਆਪਣੇ ਤੁਸੀਂ ਬਹੁਤ ਮਿਹਨਤ ਕੀਤੀ ਆ ਔਰ ਕਰ ਰਹੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿੰਨਾ ਵੀ ਕੋਸ਼ਿਸ਼ ਕਰਦੇ ਆ, ਅਸੀਂ ਵੀ ਇੱਧਰੋਂ ਗੀਤਾਂ ਰਾਹੀਂ ਜੋ ਪਿੰਡਾਂ ਦੇ ਵਿੱਚੋਂ ਵੀ ਸਪੋਰਟ ਜੋ ਵੀ ਆ, ਅਸੀਂ ਟਰਾਈ ਪੂਰੀ ਕਰਦੇ ਆ ਆਪਣੇ ਵੱਲੋਂ ਕਿ ਮੋਰਚਾ, ਇਹ ਅੰਦੋਲਨ ਸਾਡਾ ਕਾਮਯਾਬ ਰਹੇ ਔਰ ਸਾਡਾ ਭਾਈਚਾਰਾ ਔਰ ਇੱਕ ਹੋ ਕੇ ਚੱਲਣ, ਪਿਆਰ ਬਣਿਆ ਰਹੇ ਜੀ। ਇੱਕ ਇਹ ਕੋਸ਼ਿਸ਼ ਕਰਦੇ ਆ ਅਸੀਂ। ਔਰ ਫਿਰ ਦੁਬਾਰਾ ਮੈਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਲੱਕ ਔਰ ਖੁਸ਼ ਰਹੋ। ਇੰਦਰਜੀਤ ਭਾਜੀ ਦਾ ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ ਜੀ। ਗੁੱਡ ਲੱਕ, ਥੈਂਕ ਯੂ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਜਿਹੜੀ ਪੰਜਾਬ ਤੇ ਹਰਿਆਣੇ ਵਾਲੇ ਭਰਾ ਆ, ਖੁਦ ਹੱਥ ਫੜ ਕੇ ਤੁਰਨਾ ਚਾਹੀਦਾ, ਉਹ ਬੜੀ ਪਤੇ ਦੀ ਗੱਲ ਆ। ਆਪਣੇ ਪੀਤੇ ਭਾਜੀ ਤੇ ਭਜਨ ਭਾਜੀ, ਅੱਛਾ ਚਾਹੀਦਾ ਤਾਂ ਸਾਨੂੰ ਇਹ 2-3 ਦਿਨ ਪਹਿਲਾਂ 300 ਬੰਦਾ ਹਰਿਆਣੇ ਦਾ
ਜਾਟਾਂ ਦੇ ਵਿੱਚੋਂ ਹਿੰਦੂ ਪਰਿਵਾਰ ਦਾ ਸਿੱਖ ਧਰਮ ਨੂੰ ਅਪਣਾਉਣ ਜਾ ਰਿਹਾ। ਉਹ ਬਿਲਕੁਲ ਸ਼ਾਇਦ ਖਬਰ ਦੇਖੀ ਹੋਣੀ। ਉਹ ਜਿਹੜਾ ਹਵਾ ਸਿੰਘ ਹੋਣਾ ਨੇ ਜਿਹੜਾ ਸਟੇਜ ਤੋਂ ਹੀ ਬੋਲਿਆ, ਉਹ ਆਪਣੇ ਬੰਦਾ ਇੱਕ ਮਨੋਜ ਕੁਮਾਰ ਦੂਹਨ, ਇਹ ਜਦੋਂ ਜਾਟ ਅੰਦੋਲਨ ਚੱਲਿਆ ਨਾ, ਅਸੀਂ ਉਹਦੇ ਚ ਪੂਰੇ ਇੱਧਰ ਸਰਗਰਮ ਸੀਗੇ। ਤੇ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਐਵੇਂ ਉਦੋਂ ਅੱਜ ਤੋਂ ਤਕਰੀਬਨ 6-7 ਸਾਲ ਪਹਿਲਾਂ ਸਾਨੂੰ ਸਿਸਟਮ ਦੀ ਸਮਝ ਆ ਗਈ ਸੀ, ਜਦੋਂ ਮੈਂ ਡਾਕਟਰ ਅੰਬੇਡਕਰ ਨੂੰ ਪੜ੍ਹਿਆ ਤੇ ਉਹ ਕਈ ਬੰਦਿਆਂ ਨੇ ਮੈਨੂੰ ਕਹਿਣਾ, ਯਾਰ ਤੂੰ ਜੱਟਾਂ ਦਾ ਮੁੰਡਾ ਹੋ ਕੇ ਡਾਕਟਰ ਅੰਬੇਡਕਰ ਦੀ ਬੜੀ ਗੱਲ ਕਰਦਾ। ਮੈਂ ਕਿਹਾ ਵੀ ਮੈਨੂੰ ਪੜ੍ਹ ਕੇ ਪਤਾ ਲੱਗਿਆ ਵੀ ਯਾਰ ਉਹ ਤਾਂ ਬੰਦਾ ਬੜਾ ਕਮਾਲ ਦੀ ਜਿਹੜੀ ਚੀਜ਼ ਹੈ ਉਹਦੀ ਫਿਲਾਸਫੀ ਜੀ, ਬਈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਬੰਦੇ ਨੇ ਯਾਰ ਉਹ ਸੰਘਰਸ਼ ਲੜਿਆ। ਤੁਸੀਂ ਪੜ੍ਹੋ ਤਾਂ ਫਿਰ ਪਤਾ ਲੱਗੇ ਵੀ ਉਹਨੇ ਕਿੱਦਾਂ ਮਨੂਵਾਦ ਦੇ ਵਿਰੁੱਧ ਗਾਂਧੀਵਾਦ ਦੀਆਂ ਧੱਜੀਆਂ ਡਾਈਆਂ ਉਹਨੇ। ਉਹ ਸਿੱਖ ਬਣਨਾ ਚਾਹੁੰਦਾ ਸੀ ਆਪਣੇ ਸਾਰੇ ਬੰਦੇ ਲੈ ਕੇ, ਮਗਰ ਦਰਬਾਰ ਸਾਹਿਬ ਦੇ ਵਿੱਚ ਉਸ ਟਾਈਮ ਤੇ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਆਗੂ ਕੁਝ ਇਹੋ ਜਿਹਾ ਸੀਗੇ ਕਿ ਉਹਨਾਂ ਨੇ ਉਹ ਉਧਰ ਆਉਣ ਨਹੀਂ ਦਿੱਤਾ। ਤੇ ਉਹ ਫਿਰ ਉਦੋਂ ਅਸੀਂ ਅੱਜ ਤੋਂ 7-8 ਸਾਲ ਪਹਿਲਾਂ ਸਰ ਛੋਟੂ ਰਾਮ ਦਾ ਜਨਮ ਦਿਨ ਮਨਾਇਆ, ਉਹ ਚ ਜਾਟ ਵੀ ਆਏ ਜੀ। ਉਦੋਂ ਫਿਰ ਸਾਰੀ ਗੱਲਬਾਤ ਹੋਈ ਤੇ ਬੜੇ ਉਹ ਪ੍ਰਭਾਵਿਤ ਹੋਏ। ਤੇ ਉਹ ਜਿਹੜਾ ਮੁੰਡਾ ਮਨੋਜ ਕੁਮਾਰ ਦੂਹਨ, ਉਹ ਸਾਰੇ ਸਿੱਖੀ ਤੋਂ ਹੋਏ। ਅੱਜ ਇੱਕ ਆਪਣੇ ਉੱਥੇ ਪ੍ਰਚਾਰਕ ਆ ਹਰਿਆਣੇ ਦੇ ਵਿੱਚ, ਉਹਦਾ ਨਾਮ ਹੈਗਾ ਗੁਰਮੀਤ ਸਿੰਘ ਗੌਰਵ ਜੀ। ਭਗਤ ਧੰਨਾ ਜੀ ਦਾ ਜੋ ਰਾਜਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਆ, ਤੇ ਉਹਨੇ ਜਾਟਾਂ ਦੇ ਵਿੱਚ ਇੰਨਾ ਤਕੜੇ ਲੈਵਲ ਤੇ ਪ੍ਰਚਾਰ ਅਸੀਂ ਕੀਤਾ। ਉਹ ਬੰਦਾ ਇੰਗਲੈਂਡ ਤੋਂ ਜਾਂਦਾ ਆਉਂਦਾ ਨਾ, ਉਹ ਅੱਜ ਰੰਗ ਦਿਸ ਰਿਹਾ। ਉੱਪਰੋਂ ਇਸ ਅੰਦੋਲਨ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰ ਦਿੱਤੀ, ਤੁਸੀਂ ਮਨ ਜਿੱਤ ਲਿਆ ਉਹਨਾਂ ਦਾ, ਠੀਕ ਹੈ ਜੀ। ਮਹਾਰਾਜ ਭਲੀ ਕਰੇ ਵਿੱਚ ਜੇ ਅਸੀਂ ਆਪਸ ਵਿੱਚ ਸਿੰਘ ਨਾ ਫਸਾਈਏ, ਹੋਰ ਆਪਣਾ ਏਕਤਾ ਪਿਆਰ ਦਿਖਾ ਲਈਏ, ਸਾਰਾ ਇੰਡੀਆ ਸਿੱਖ ਬਣਨ ਨੂੰ ਤਿਆਰ ਬੈਠਾ। ਬੇਗਮਪੁਰਾ ਖਾਲਸਾ ਵਾਲਾ ਸਾਡਾ ਉੱਤੇ ਜਿਹੜੇ ਸਾਡੇ ਵੀਰ ਰੌਲੀ ਪਾਉਂਦੇ ਖਾਲਸਾ ਬਣਾਉਣਾ, ਮੈਂ ਕਹਿੰਦਾ ਉੱਤੇ ਸਾਡਾ ਬੇਗਮਪੁਰਾ ਖਾਲਸਾ ਰਾਜ ਬਣਦਾ ਯਾਰ। ਆ ਇੱਕ ਬੰਦਾ ਹੋਰ ਵਿੱਚ ਆਉਣਾ ਚਾਹੁੰਦਾ ਆ, ਤੁਹਾਡੇ ਕੋਲ 10 ਮਿੰਟ ਹੈਗੇ, ਆਪਾਂ ਲੈ ਲਈਏ ਵਿੱਚ ਉਹਨੂੰ ਵੀ। ਲੈ ਲਓ ਮੈਂ ਕੋਸ਼ਿਸ਼ ਕਰਦਾ। ਤੇ ਹਾਂਜੀ ਤੁਸੀਂ ਚੱਲੀ ਚਲੋ ਨੂੰ ਆਪਣੇ ਭਜਨ ਭਾਜੀ। ਹਾਂਜੀ ਚਲੋ ਗੱਲ ਇਹੀ ਆ, ਹੁਣ ਜਦੋਂ ਅਸੀਂ ਜਾਂਦੇ ਆ ਨਾ ਬਾਜ਼ਾਰ ਦੇ ਵਿੱਚ, ਇਹਨਾਂ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਜਦੋਂ, ਤੇ ਇਹ ਹਿੰਦੂ ਵੀ ਜਿਹੜੇ ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਗੁਜਰਾਤੀ ਥੋੜੇ ਜਿਹੇ ਮੁੱਠੀ ਭਰ ਡਾਕੂ ਟਾਈਪ ਦੇ ਲੋਕ ਆ ਗੁਜਰਾਤ ਦੇ ਇਹ ਜੀ ਨੈਟਵਰਕ ਜੀ ਲੱਗਦਾ ਹਾਂਜੀ। ਮੈਂ ਕਿਹਾ ਨੈਟਵਰਕ ਲੱਗਦਾ ਵੀਕ ਹੋ ਗਿਆ ਉਹਨਾਂ ਦਾ, ਆਵਾਜ਼ ਨਹੀਂ ਆ ਰਹੀ ਉਹਨਾਂ ਦੀ। ਹੈਲੋ ਹਾਂਜੀ ਉਹ ਆ ਗਏ ਹਾਂਜੀ। ਰਪਾਇਨ ਸਿੰਘ ਜੀ ਲੈਫਟ ਹੋ ਗਏ ਵਿੱਚੋਂ, ਕੱਟਿਆ ਗਿਆ ਸ਼ਾਇਦ। ਕੋਈ ਨੀ, ਮੈਂ ਕਿਹਾ ਤੁਹਾਡਾ ਬਾਹਲਾ ਟਾਈਮ ਵੀ ਨਾ ਲਈਏ, ਹੁਣ ਟਾਈਮ ਕਾਫੀ ਠੀਕ ਹੈ ਹਨਾ। ਜਿਹੜਾ ਇੱਕ ਬੰਦਾ ਹਾਂਜੀ ਕਿਤੇ ਚਾਹੁੰਦਾ ਵਿੱਚ ਹੈ ਜਾਣ ਚੂਣ ਦਾ ਥੋੜਾ ਹੁਣ ਔਖਾ ਹੀ ਹੋ ਗਿਆ। ਤੇਲ ਤਾਂ 100 ਰੁਪਏ ਨੂੰ ਹੋ ਗਿਆ, ਕੀ ਕਰਨਾ ਜਾ ਕੇ ਗੇੜਾ ਬਚਾ ਲੋ। ਜਿੰਨੇ ਗੇੜੇ ਆ ਕਪੂਰਥਲੇ ਦੇ 100 ਨਾਲ 2 ਜਾਂ 3 ਲੱਗਣੇ, ਹੁਣ 1.5 ਲੱਗਾ। ਮਹਿੰਗਾਈ ਨੇ ਮਹਿੰਗਾਈ ਕਰੀ ਜਾਂਦੇ ਆ, ਸਰਕਾਰ ਖਤਮ ਕਰਦੇ ਆ। ਮੈਂ ਕਹਿੰਦਾ ਜਾਣ ਕੇ ਕਰ ਰਹੇ ਆ ਬਈ ਇਹ ਇੱਧਰ ਦੇ ਵਿੱਚ ਹੋਰ ਹੋਣ ਨਾ, ਵੀ ਹੋਰ ਬੰਨੇ ਭੜਕਣ ਗਏ ਬੰਨੇ, ਵੀ ਸਾਰੇ ਧਿਆਨ ਇਹਨਾਂ ਦੇ ਵੱਖੋ ਵੱਖਰੇ ਹੋ ਕਰਨਾ ਚਾਹੁੰਦੇ ਆ। ਆਹੀ ਆ, ਤੰਗ ਕਰਨਾ ਚਾਹੁੰਦੇ ਬਸ, ਤੰਗ ਕਰਨਾ। ਹਾਂਜੀ ਬੰਦਾ ਨਿਕਲ ਗਿਆ ਵਿੱਚ, ਚਲੋ ਕੋਈ ਗੱਲ ਨੀ। ਹਾਂਜੀ ਖੈਰ ਗੱਲਬਾਤ ਆਪਣੀ ਹੋ ਗਈ ਆ ਬਹੁਤ ਸੋਹਣੀ। ਤੇ ਇੱਕ ਤਾਂ ਆ ਤੁਹਾਨੂੰ ਜਿਹੜਾ ਮੈਂ ਸਲਾਹ ਦਿੱਤੀ ਆ, ਇਹ ਮੇਰੇ ਖਿਆਲ ਨਾਲ ਜ਼ਰੂਰ ਥੋੜਾ ਜਿਹਾ ਲੋਕਾਂ 'ਚ ਪ੍ਰਚਾਰੋ, ਤਾਂ ਕਿ ਠੀਕ ਹੈ ਜੀ, ਹਰ ਵਰਗ ਦੇ ਬੰਦੇ ਨਾਲ ਜੁੜ ਜਾਣ, ਹਨਾ। ਕਿਉਂਕਿ ਕੱਲਾ ਕਿਸਾਨਾਂ ਦਾ ਤਾਂ ਹੈ ਨੀਗਾ, ਮਜ਼ਦੂਰ ਭਾਈਚਾਰਾ ਜਿੰਨੇ ਸਾਡੇ ਕਿਰਤੀ, ਸਾਰੇ ਕਿਰਤੀ ਆ, ਆਪਾਂ 10 ਦੀ ਕਿਰਤ ਕਰਨ ਵਾਲੇ ਆ, ਉਹ ਸਾਡੇ ਵੀਰ ਭੈਣ ਭਰਾ ਤੇ
ਨਾਲੇ ਇੱਕ ਵਧੀਆ ਗੱਲ ਆ ਬਈ ਜਰਨੈਲ ਜਿਹੜੇ ਹੁੰਦੇ ਆ ਸੰਤ ਗੁਰੂ ਮਹਾਂਪੁਰਸ਼ ਸਾਰਿਆਂ ਦੇ ਸਾਂਝੇ ਹੀ ਹੁੰਦੇ ਆ ਜੀ, ਸਾਰੀ ਦੁਨੀਆ ਦੇ ਸਾਂਝੇ ਹੁੰਦੇ ਆ ਨਾ। ਬਿਲਕੁਲ ਤੇ ਮੈਂ ਆਪਾਂ ਤਾਂ ਇਹੀ ਸੁਨੇਹਾ ਦੇਵਾਂਗੇ ਬਈ ਮਜ਼ਦੂਰ ਭਰਾ ਵੀ ਜਿਹੜੇ ਕਿਰਤੀ ਸਾਡੇ ਵੱਲੋਂ ਕਿਸੇ ਵੀ ਧਰਮ ਨੂੰ ਮੰਨਦੇ ਹੋਣ, ਅਸੀਂ ਹਰ ਧਰਮ ਦੀ ਰਿਸਪੈਕਟ ਕਰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਹਨਾਂ ਦੇ ਘਰ 'ਚ ਫੋਟੋ ਲੱਗੀ ਹੋਵੇ, ਠੀਕ ਨਹੀਂ ਜੀ ਜੀ। ਤੇ ਏਦਾਂ ਹੀ ਜਿਹੜੇ ਸਾਡੇ ਕਿਸਾਨ ਭਰਾ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਾਬਾ ਸਾਹਿਬ ਅੰਬੇਡਕਰ ਤੇ ਸਰ ਛੋਟੂ ਰਾਮ ਦੀ ਫੋਟੋ ਹੋਵੇ, ਤਿੰਨਾਂ ਜਰਨੈਲਾਂ ਦੀ ਫੋਟੋ ਹੋਵੇ। ਮੈਂ ਕਹਿੰਦਾ ਇਹ ਗਾਂਧੀਵਾਦੀਆਂ ਨੂੰ ਦੇਖੋ ਭਾਜਣਾ ਪੈਂਦੀਆਂ ਜੀ। ਬਿਲਕੁਲ RSS ਵਾਲੇ ਜਿਹੜੇ ਆ ਇਹਨਾਂ ਨੂੰ ਪੂਰੀ ਤਰ੍ਹਾਂ ਠੱਲ ਪਊਗੀ। ਤੇ ਹਾਂਜੀ ਬਾਕੀ ਧੰਨਵਾਦ ਆ ਆਪਣੇ ਪੀਤੇ ਭਾਜੀ, ਬਹੁਤ ਬਹੁਤ ਸ਼ੁਕਰੀਆ। ਤੇ ਆਪਾਂ ਫਿਰ ਕਿਸੇ ਦਿਨ ਪ੍ਰੋਗਰਾਮ ਰੱਖਦੇ ਆ ਤੇ ਫਿਰ ਸਾਰੀ ਅਪਡੇਟ ਤੁਸੀਂ ਦਿਓ। ਤੇ ਹੁਣ ਅਗਲਾ ਪ੍ਰੋਗਰਾਮ ਮੇਰੇ ਖਿਆਲ ਤੁਸੀਂ ਕਹਿੰਦੇ ਵੀ ਪ੍ਰੋਟੈਸਟ ਸ਼ੁਰੂ ਕਰਨ ਜਾ ਰਹੇ ਆ ਵੀ ਜਿਹੜਾ ਇਹ ਤੇਲ ਦੀਆਂ ਕੀਮਤਾਂ ਹੋ ਗਈਆਂ ਕਿਸਾਨੀ ਦੇ ਵਿੱਚ ਸੰਘਰਸ਼ ਦੇ ਸਬੰਧ ਦੇ ਵਿੱਚ ਕਪੂਰਥਲਾ ਦੇ ਵਿੱਚ ਕੱਟ ਕਰ ਰਹੇ ਆ। ਅੱਛਾ, ਜਿੰਨਾ ਕੁ ਵੀ ਹੋ ਸकेगा ਪੁਤਲਾ ਫੂਕਾਂਗੇ ਇਹਨਾਂ ਦਾ, ਮੋਦੀ ਸਰਕਾਰ ਦਾ। ਕਿਉਂਕਿ ਤੇਲ ਦਾ ਵੀ ਨਾਲ ਨਾਲ ਸਾਨੂੰ ਇਹ ਚੀਜ਼ਾਂ ਵੀ ਕਰਨੀਆਂ ਪੈਣੀਆਂ, ਇਸ ਚੀਜ਼ਾਂ ਦਾ ਤਾਂ ਹੀ ਤਾਂ ਥੋੜਾ ਜਿਹਾ ਜੀ ਹਲਚਲ ਹੋ ਗਈ। ਜੀ ਜੀ ਠੀਕ ਹੈ। ਅਖੀਰ ਤੇ ਆਪਾਂ ਫੇਰ ਇੱਕ ਵਾਰੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ, ਭਰਾਵੋ ਆਪਸ ਵਿੱਚ ਸਿੰਘ ਨਾ ਫਸਾਵੋ, ਬਿਲਕੁਲ ਏਕਾ ਬਣਾ ਕੇ ਰੱਖੋ, ਇਕੱਠੇ ਰਹੋ। ਬਿਲਕੁਲ ਬਿਲਕੁਲ ਜੋ ਕੁਝ ਹੋਊਗਾ ਬਾਅਦ ਹੁਕਮ ਹੈ। ਹਾਂ ਹੋਇਆ ਵੀ ਗੁਰੂ ਸਾਹਿਬ ਤੋਂ ਬਿਨਾਂ ਨਹੀਂਗਾ ਜੀ। ਜੇ ਕਹਿ ਦਈਏ ਆਪਾਂ ਉੱਥੇ ਚਲੇ ਗਏ, ਉੱਥੇ ਜਾ ਕੇ ਬਹਿ ਗਏ ਆ, ਇੰਨਾ ਸਬਰ ਲੋਕਾਂ 'ਚ, ਏਕਾ ਹਰ ਜਾਤ ਦਾ ਹਰ ਧਰਮ ਦਾ। ਵਿਆਹ ਦੇ ਵਿੱਚ ਵੀ ਚਾਰ ਮਤਲਬ ਬੰਦੇ ਕਿਤੇ ਆਪਸ ਵਿੱਚ ਲੜ ਪੈਂਦੇ ਆ, 100-200 ਬੰਦਾ ਹੋਵੇ, ਇਹ ਤੇ ਫੇਰ ਵੀ ਸਬਰ ਵੀ ਬਖਸ਼ੀ ਹੋਈ ਆ, ਸਮੱਤ ਵੀ ਬਖਸ਼ੀ ਹੋਈ ਆ, ਹਰ ਚੀਜ਼ ਲੋਕਾਂ ਦੇ ਵਿੱਚ ਉੱਥੇ ਇਹ ਵਰਤ ਰਹੀ ਆ ਜੀ। ਇਹ ਗੁਰੂ ਮਹਾਰਾਜ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਕਹਿ ਦਈਏ ਉਹਨਾਂ ਦਾ ਪੂਰਾ ਇਹ ਬਿੱਲ ਆਉਣੇ ਸੀ, ਲੋਕ ਇਕੱਠੇ ਹੋਣੇ, ਹਰਿਆਣਾ ਪੰਜਾਬ ਇਕੱਠਾ ਹੋਣਾ ਸੀ, ਸਾਰਾ ਯੂਪੀ ਇਸੇ ਲਈ ਹੋਣਾ ਸੀ। ਸਬੱਬ ਬਣਾਇਆ ਮਹਾਰਾਜ ਨੇ। ਬਿਲਕੁਲ 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 ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਵੀਰ ਮੇਰਿਆ। ਠੀਕ ਹੈ, ਕਰਦੇ ਗੱਲਬਾਤ ਆਪਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।